ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ। ਚੁੱਪ ਦੇ ਦੁੱਪ ਦੇ। ਲਓ ਜੀ, ਇਹਦਾ ਅਰਥ ਇਹ ਹੈ ਕਿ ਰਾਗ ਗੌੜੀ ਗੁਆਰੇਰੀ ਵਿੱਚ ਗੁਰੂ ਨਾਨਕ ਦੇਵ ਜੀ ਦੀ 4 ਬੰਦਾਂ ਤੇ 2 ਬੰਦਾਂ ਵਾਲੀ ਬਾਣੀ ਹੈ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੇ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ। ਲਓ ਜੀ, ਇਹਦਾ ਅਰਥ ਇਹ ਹੈ ਕਿ ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ਹੋਂਦ ਵਾਲਾ ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, ਭਾਵ ਜਿਸ ਦਾ ਸਰੀਰ ਨਾਸ ਤੋਂ ਰਹਿਤ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ ਜੀ। ਭਉ ਵਿੱਚ ਭਾਰਾ ਵੱਡਾ ਤੋਲ। ਪ੍ਰਭੂ ਜੀ ਦਾ ਡਰ ਬਹੁਤ ਭਾਰਾ ਹੈ, ਜਿਸ ਦਾ ਤੋਲ ਵੱਡਾ ਹੈ, ਭਾਵ ਜਿਸ ਮਨੁੱਖ ਦੇ ਅੰਦਰ ਪ੍ਰਭੂ ਜੀ ਦਾ ਡਰ ਅਦਬ ਵਸਦਾ ਹੈ, ਉਸ ਦਾ ਜੀਵਨ ਗੌਰਾ ਤੇ ਗੰਭੀਰ ਬਣ ਜਾਂਦਾ ਹੈ ਜੀ। ਮਨ ਮਤ ਹੌਲੀ ਬੋਲੇ ਬੋਲ। ਜਿਸ ਦੀ ਮਤ ਉਸ ਦੇ ਮਨ ਦੇ ਪਿੱਛੇ ਤੁਰਦੀ ਹੈ, ਉਹ ਹੋਛੀ ਰਹਿੰਦੀ ਹੈ, ਉਹ ਹੋਛਾ ਹੀ ਬਚਨ ਬੋਲਦਾ ਹੈ ਜੀ। ਸਿਰ ਧਰ ਚੱਲੀਐ ਸਹੀਐ ਭਾਰ। ਜੇ ਪ੍ਰਭੂ ਜੀ ਦਾ ਡਰ ਸਿਰ ਉੱਪਰ ਧਰ ਕੇ, ਭਾਵ ਕਬੂਲ ਕਰਕੇ ਜੀਵਨ ਗੁਜ਼ਾਰੀਏ ਅਤੇ ਉਸ ਡਰ ਦਾ ਭਾਰ ਸਹਾਰ ਸਕੀਏ, ਭਾਵ ਪ੍ਰਭੂ ਜੀ ਦਾ ਡਰ ਅਦਬ ਸੁਖਾਵਾਂ ਲੱਗਣ ਲੱਗ ਪਏ ਜੀ। ਨਦਰੀ ਕਰਮੀ ਗੁਰ ਵਿਚਾਰ। ਤਾਂ ਪ੍ਰਭੂ ਜੀ ਦੀ ਮਿਹਰ ਦੀ ਨਜ਼ਰ ਨਾਲ, ਪ੍ਰਭੂ ਜੀ ਦੀ ਬਖਸ਼ਿਸ਼ ਨਾਲ ਮਨੁੱਖਤਾ ਬਾਰੇ ਗੁਰੂ ਜੀ ਦੀ ਦੱਸੀ ਹੋਈ ਵਿਚਾਰ ਜੀਵਨ ਦਾ ਹਿੱਸਾ ਬਣ ਜਾਂਦੀ ਹੈ ਜੀ। ਪੈ ਬਿਨ ਕੋਇ ਨਾ ਲੰਘ ਸਪਾਰ। ਸੰਸਾਰ ਵਿਕਾਰ ਭਰਿਆ ਇੱਕ ਐਸਾ ਸਮੁੰਦਰ ਹੈ, ਜਿਸ ਵਿੱਚੋਂ ਪ੍ਰਮਾਤਮਾ ਜੀ ਦਾ ਡਰ ਹਿਰਦੇ ਵਿੱਚ ਵਸਾਉਣ ਤੋਂ ਬਿਨਾਂ ਕੋਈ ਪਾਰ ਨਹੀਂ ਲੰਘ ਸਕਦਾ ਜੀ। ਪੈ ਪੋ ਰਾਖਿਆ ਭਾਏ ਸਵਾਰ। ਰਹਾਉ। ਸਿਰਫ ਉਹੀ ਪਾਰ ਲੰਘਦਾ ਹੈ ਜਿਸ ਨੇ ਪ੍ਰਭੂ ਜੀ ਦੇ ਡਰ ਵਿੱਚ ਰਹਿ ਕੇ ਅਤੇ ਪ੍ਰਭੂ ਜੀ ਦੇ ਪਿਆਰ ਦੀ ਰਾਹੀਂ ਆਪਣਾ ਜੀਵਨ ਸੰਵਾਰ ਕੇ ਪ੍ਰਭੂ ਜੀ ਦਾ ਡਰ ਅਦਬ ਆਪਣੇ ਹਿਰਦੇ ਵਿੱਚ ਟਿਕਾ ਰੱਖਿਆ ਹੈ, ਭਾਵ ਜਿਸ ਨੇ ਇਹ ਸ਼ਰਧਾ ਬਣਾ ਲਈ ਹੈ ਕਿ ਪ੍ਰਭੂ ਜੀ ਮੇਰੇ ਅੰਦਰ ਅਤੇ ਸਭ ਵਿੱਚ ਵਸਦਾ ਹੈ ਜੀ। ਪੈ ਤਨ ਅਗਨ ਪਖੈ ਪੈ ਨਾਲ। ਪ੍ਰਭੂ ਜੀ ਦੇ ਡਰ ਅਦਬ ਵਿੱਚ ਰਿਹਾ ਮਨੁੱਖ ਦੇ ਅੰਦਰ ਪ੍ਰਭੂ ਜੀ ਨੂੰ ਮਿਲਣ ਦੀ ਤਾਂਘ ਟਿਕੀ ਰਹਿੰਦੀ ਹੈ ਜੀ। ਪੈ ਪੋ ਕੜੀਐ ਸ਼ਬਦ ਸਵਾਰ। ਗੁਰੂ ਜੀ ਦੇ ਸ਼ਬਦ ਦੀ ਰਾਹੀਂ ਆਤਮਿਕ ਜੀਵਨ ਨੂੰ ਸੋਹਣਾ ਬਣਾ ਕੇ ਜਿਉਂ-ਜਿਉਂ ਇਸ ਯਕੀਨ ਵਿੱਚ ਜੀਵੀਏ ਕਿ ਪ੍ਰਭੂ ਜੀ ਸਾਡੇ ਅੰਦਰ ਹੈ ਤੇ ਸਭ ਦੇ ਅੰਦਰ ਮੌਜੂਦ ਹੈ, ਇਹ ਤਾਂਘ ਵਧੇਕ ਤੇਜ਼ ਹੁੰਦੀ ਜਾਂਦੀ ਹੈ ਜੀ। ਪੈ ਬਿਨ ਘਾੜਤ ਕੱਚ ਨੀ ਕੱਚ। ਪ੍ਰਭੂ ਜੀ ਦਾ ਡਰ ਅਦਬ ਰੱਖਣ ਤੋਂ ਬਿਨਾਂ ਸਾਡੀ ਜੀਵਨ ਉਸਾਰੀ ਸਾਡੇ ਮਨ ਦੀ ਘਾੜਤ ਹੋਛੀ ਹੋ ਜਾਂਦੀ ਹੈ, ਬਿਲਕੁਲ ਹੋਛੀ ਬਣਦੀ ਜਾਂਦੀ ਹੈ ਜੀ। ਅੰਧਾ ਸੱਚਾ ਅੰਧੀ ਸੱਟ। ਕਿਉਂਕਿ ਜਿਸ ਸੱਚੇ ਵਿੱਚ ਜੀਵਨ ਢਲਦਾ ਹੈ, ਉਹ ਹੋਛਾਪਨ ਪੈਦਾ ਕਰਨ ਵਾਲਾ ਹੁੰਦਾ ਹੈ। ਸਾਡੇ ਜੀਵਨ ਵੀ ਅਗਿਆਨਤਾ ਵਾਲੇ ਹੀ ਹੁੰਦੇ ਹਨ ਜੀ। ਬੁੱਧੀ ਬਾਜੀ ਉਪਜੈ ਚਾਓ। ਹੇ ਨਾਨਕ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਬੁੱਧੀ ਜਗਤ ਖੇਡ ਵਿੱਚ ਲੱਗੀ ਰਹਿੰਦੀ ਹੈ। ਜਗਤ ਤਮਾਸ਼ਿਆਂ ਦਾ ਹੀ ਚਾਓ ਇਸ ਦੇ ਅੰਦਰ ਪੈਦਾ ਹੁੰਦਾ ਰਹਿੰਦਾ ਹੈ ਜੀ। ਸਹਿਸ ਸਿਆਣਪ ਪਵੇ ਨਾ ਤਾਓ। ਮਨਮੁਖ ਭਾਵੇਂ ਹਜ਼ਾਰਾਂ ਸਿਆਣਪਾਂ ਵੀ ਕਰੇ, ਉਸ ਦਾ ਜੀਵਨ ਠੀਕ ਸੱਚੇ ਵਿੱਚ ਨਹੀਂ ਢਲਦਾ ਜੀ। ਨਾਨਕ ਮਨਮੁਖ ਬੋਲਣ ਵਾਓ। ਮਨਮੁਖ ਦਾ ਬੇਥਵਾ ਬੋਲ ਹੁੰਦਾ ਹੈ ਜੀ। ਅੰਧਾ ਅੱਖਰ ਵਾਓ ਦੁਆਓ। ਉਹ ਅੰਨਾ ਊਲ ਜਲੂਲ ਗੱਲਾਂ ਹੀ ਕਰਦਾ ਹੈ ਜੀ। ਗੌੜੀ ਮਹੱਲਾ ਪਹਿਲਾ। ਗੌੜੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਇਸ ਬਾਣੀ ਦੀ ਬਖਸ਼ਿਸ਼ ਕਰ ਰਹੇ ਨੇ ਜੀ। ਡਰ ਘਰ ਘਰ ਡਰ 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 ਜਾਏ। ਹੇ ਪ੍ਰਭੂ ਜੀ, ਤੇਰੇ ਡਰ ਅਦਬ ਵਿੱਚ ਰਿਹਾ ਉਹ ਆਤਮਿਕ ਅਵਸਥਾ ਮਿਲ ਜਾਂਦੀ ਹੈ, ਜਿੱਥੇ ਮਨ ਤੇਰੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਹਿਰਦੇ ਵਿੱਚ ਇਹ ਯਕੀਨ ਬਣ ਜਾਂਦਾ ਹੈ ਕਿ ਤੂੰ ਮੇਰੇ ਅੰਦਰ ਵਸਦਾ ਹੈ ਤੇ ਸਭ ਵਿੱਚ ਵਸਦਾ ਹੈ। ਤੇਰੇ ਡਰ ਵਿੱਚ ਰਿਹਾ ਦੁਨੀਆ ਦਾ ਹਰੇਕ ਕਿਸਮ ਦਾ ਸਹਿਮ ਦੂਰ ਹੋ ਜਾਂਦਾ ਹੈ ਜੀ। ਸੋ ਡਰ ਕਿਹਾ ਜਿਤ ਡਰ ਡਰ ਪਾਏ। ਤੇਰਾ ਡਰ ਐਸਾ ਨਹੀਂ ਹੁੰਦਾ ਕਿ ਉਸ ਡਰ ਵਿੱਚ ਰਿਹਾ ਕੋਈ ਹੋਰ ਸਹਿਮ ਟਿਕਿਆ ਰਹੇ ਜੀ। ਤੁਧ ਬਿਨ ਦੂਜੀ ਨਾਹੀ ਜਾਏ। ਹੇ ਪ੍ਰਭੂ ਜੀ, ਤੈਥੋਂ ਬਿਨਾਂ ਜੀਵ ਦਾ ਕੋਈ ਹੋਰ ਥਾਂ ਆਸਰਾ ਨਹੀਂ ਹੈ ਜੀ। ਜੋ ਕਿਛ ਵਰਤੈ ਸਭ ਤੇਰੀ ਰਜ਼ਾਏ।
ਜਗਤ ਵਿੱਚ ਜੋ ਕੁਝ ਹੋ ਰਿਹਾ ਹੈ ਸਭ ਤੇਰੀ ਮਰਜ਼ੀ ਨਾਲ ਹੋ ਰਿਹਾ ਹੈ ਜੀ। ਡਰੀਏ ਜੇ ਡਰ ਹੋਵੇ ਹੋਰ, ਹੇ ਪ੍ਰਭੂ ਜੀ ਤੇਰਾ ਡਰ ਅਦਬ ਟਿਕਣ ਦੇ ਥਾਂ ਜੇ ਜੀਵ ਦੇ ਹਿਰਦੇ ਵਿੱਚ ਕੋਈ ਹੋਰ ਡਰ ਟਿਕਿਆ ਰਹੇ ਤਾਂ ਜੀਵ ਸਦਾ ਸਹਿਮਿਆ ਰਹਿੰਦਾ ਹੈ ਜੀ। ਡਰ ਡਰ ਡਰਨਾ ਮਨ ਕਾ ਸ਼ੋਰ ਰਹਾਓ, ਮਨ ਦੀ ਘਬਰਾਹਟ ਮਨ ਦਾ ਸਹਿਮ ਹਰ ਵੇਲੇ ਬਣਿਆ ਰਹਿੰਦਾ ਹੈ ਜੀ। ਨਾ ਜਿਉ ਮਰੈ ਨਾ ਡੁੱਬੈ ਤਰੈ, ਪ੍ਰਭੂ ਜੀ ਦੇ ਡਰ ਅਦਬ ਵਿੱਚ ਰਿਹਾ ਹੀ ਇਹ ਯਕੀਨ ਬਣ ਜਾਂਦਾ ਹੈ ਕਿ ਜੀਵ ਨਾ ਮਰਦਾ ਹੈ, ਨਾ ਕਿਤੇ ਡੁੱਬ ਸਕਦਾ ਹੈ, ਨਾ ਕਿਤੋਂ ਤਰਦਾ ਹੈ। ਭਾਵ ਜਿਹੜਾ ਕਿਤੇ ਡੁੱਬਦਾ ਹੀ ਨਹੀਂ ਉਸ ਦੇ ਤਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ। ਜਿਨ ਕਿਛ ਕੀਆ ਸੋ ਕਿਛ ਕਰੇ, ਇਹ ਯਕੀਨ ਬਣਿਆ ਰਹਿੰਦਾ ਹੈ ਕਿ ਜਿਸ ਪ੍ਰਮਾਤਮਾ ਜੀ ਨੇ ਇਹ ਜਗਤ ਬਣਾਇਆ ਹੈ ਉਹੀ ਸਭ ਕੁਝ ਕਰ ਰਿਹਾ ਹੈ ਜੀ। ਹੁਕਮੇ ਆਵੈ ਹੁਕਮੇ ਜਾਏ, ਉਸਦੇ ਹੁਕਮ ਵਿੱਚ ਹੀ ਜੀਵ ਜੰਮਦਾ ਹੈ ਤੇ ਹੁਕਮ ਵਿੱਚ ਹੀ ਮਰਦਾ ਹੈ ਜੀ। ਅੱਗੇ ਪਾਛੇ ਹੁਕਮ ਸਮਾਏ, ਲੋਕ ਪਰਲੋਕ ਵਿੱਚ ਜੀਵ ਨੂੰ ਉਸਦੇ ਹੁਕਮ ਵਿੱਚ ਟਿਕੇ ਰਹਿਣਾ ਪੈਂਦਾ ਹੈ ਜੀ। ਹੰਸ ਹੇਤ ਆਸਾ ਅਸਮਾਨ, ਜਿਸ ਹਿਰਦੇ ਵਿੱਚ ਪ੍ਰਭੂ ਜੀ ਦਾ ਡਰ ਅਦਬ ਨਹੀਂ ਹੈ, ਮੋਹ ਹੈ, ਹੰਕਾਰ ਹੈ ਜੀ। ਤਿਸ ਵਿੱਚ ਭੂਖ ਬਹੁਤ ਨਿਸ਼ਾਨ, ਉਸ ਹਿਰਦੇ ਵਿੱਚ ਤ੍ਰਿਸ਼ਨਾ ਦੀ ਕਾਂਗ ਨਦੀ ਵਾਂਗ ਠਾਠਾਂ ਮਾਰ ਰਹੀ ਹੈ ਜੀ। ਭਉ ਖਾਣਾ ਪੀਣਾ ਆਧਾਰ, ਪ੍ਰਭੂ ਜੀ ਦਾ ਡਰ ਅਦਬ ਹੀ ਆਤਮਿਕ ਜੀਵਨ ਦੀ ਖੁਰਾਕ ਹੈ, ਆਤਮਾ ਦਾ ਆਸਰਾ ਹੈ ਜੀ। ਬਿਨ ਖਾਧੇ ਮਰ ਹੋਏ ਗਵਾਰ, ਜੋ ਇਹ ਖੁਰਾਕ ਨਹੀਂ ਖਾਂਦੇ ਉਹ ਦੁਨੀਆ ਦੇ ਸਹਿਮ ਵਿੱਚ ਰਹਿ ਕੇ ਕਮਲੇ ਹੋਏ ਰਹਿੰਦੇ ਹਨ ਜੀ। ਜਿਸ ਕਾ ਕੋਏ ਕੋਈ ਕੋਏ ਕੋਏ, ਹੇ ਪ੍ਰਭੂ ਜੀ ਤੇਰੇ ਡਰ ਅਦਬ ਵਿੱਚ ਰਿਹਾ ਹੀ ਇਹ ਯਕੀਨ ਬਣਦਾ ਹੈ ਕਿ ਜਿਸ ਕਿਸੇ ਦਾ ਕੋਈ ਸਹਾਈ ਬਣਦਾ ਹੈ ਕੋਈ ਬਿਰਲਾ ਹੀ ਬਣਦਾ ਹੈ। ਭਾਵ ਕਿਸੇ ਦਾ ਕੋਈ ਸਦਾ ਲਈ ਸਾਥੀ ਸਹਾਇਕ ਨਹੀਂ ਬਣ ਸਕਦਾ ਜੀ। ਸਭ ਕੋ ਤੇਰਾ ਤੂੰ ਸਭਨਾ ਕਾ ਸੋਏ, ਪਰ ਹਰੇਕ ਜੀਵ ਤੇਰਾ ਪੈਦਾ ਕੀਤਾ ਹੋਇਆ ਹੈ, ਤੂੰ ਸਭ ਦੀ ਸਾਰ ਰੱਖਣ ਵਾਲਾ ਹੈ ਜੀ। ਜਾਂ ਕਿ ਜੀ ਜੰਤ ਧਨ ਮਾਲ, ਜਿਸ ਪਰਮਾਤਮਾ ਜੀ ਦੇ ਇਹ ਸਾਰੇ ਜੀਵ ਜੰਤ ਪੈਦਾ ਕੀਤੇ ਹੋਏ ਹਨ ਜੀਵਾਂ ਵਾਸਤੇ ਉਸੇ ਦਾ ਹੀ ਇਹ ਧਨ ਮਾਲ ਬਣਾਇਆ ਹੋਇਆ ਹੈ ਜੀ। ਨਾਨਕ ਆਖਣ ਵੇਖਮ ਵਿਚਾਰ, ਹੇ ਨਾਨਕ ਇਸ ਤੋਂ ਵੱਧ ਇਹ ਵਿਚਾਰਨਾ ਤੇ ਆਖਣਾ ਕਿ ਉਹ ਪ੍ਰਭੂ ਜੀ ਆਪਣੇ ਪੈਦਾ ਕੀਤੇ ਜੀਵਾਂ ਦੀ ਕਿਵੇਂ ਸੰਭਾਲ ਕਰਦਾ ਹੈ, ਔਖਾ ਕੰਮ ਹੈ ਜੀ। ਗੌੜੀ ਮਹੱਲਾ ਪਹਿਲਾ। ਗੌੜੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਬਾਣੀ ਹੈ ਜੀ। ਮਾਤਾ ਮਤ ਪਿਤਾ ਸੰਤੋਖ, ਜੇ ਕੋਈ ਜੀਵ ਇਸਤਰੀ ਉੱਚੀ ਮੱਤ ਨੂੰ ਆਪਣੀ ਮਾਂ ਬਣਾ ਲਏ, ਉੱਚੀ ਮੱਤ ਦੀ ਗੋਦੀ ਵਿੱਚ ਪਲੇ, ਸੰਤੋਖ ਨੂੰ ਆਪਣਾ ਪਿਓ ਬਣਾਏ, ਸੰਤੋਖ ਪਿਤਾ ਦੀ ਨਿਗਰਾਨੀ ਵਿੱਚ ਰਹੇ ਜੀ। ਸਤ ਭਾਈ ਕਰ ਇਹੋ ਅਭਿਸ਼ੇਖ, ਖਲਕਤ ਦੀ ਸੇਵਾ ਨੂੰ ਅਚੇਚਾ ਭਰਾ ਬਣਾਏ, ਖਲਕਤ ਦੀ ਸੇਵਾ ਰੂਪ ਭਰਾ ਦਾ ਜੀਵਨ ਉੱਤੇ ਵਿਸ਼ੇਸ਼ ਅਸਰ ਪਏ ਜੀ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਹੇ ਪ੍ਰਭੂ ਜੀ ਤੇਰੇ ਨਾਲ ਮਿਲਾਪ ਅਵਸਥਾ ਬਿਆਨ ਨਹੀਂ ਹੋ ਸਕਦੀ, ਰਤਾ ਮਾਤਰ ਦੱਸੀ ਹੈ ਜੀ। ਤੋ ਕੁਦਰਤ ਕੀਮਤ ਨਹੀਂ ਪਾਏ ਰਹਾਓ, ਕਿਉਂਕਿ ਹੇ ਪ੍ਰਭੂ ਜੀ ਤੇਰੀ ਕੁਦਰਤ ਦਾ ਪੂਰਾ ਮੁੱਲ ਨਹੀਂ ਪੈ ਸਕਦਾ। ਭਾਵ ਕੁਦਰਤ ਕਿਹੋ ਜਿਹੀ ਹੈ ਇਹ ਦੱਸਿਆ ਨਹੀਂ ਜਾ ਸਕਦਾ ਜੀ। ਸ਼ਰਮ ਸੁਰਤ ਦੋਏ ਸਸੁਰ ਭਏ, ਉਦਮ ਅਤੇ ਉੱਚੀ ਸੁਰਤ ਇਹ ਦੋਵੇਂ ਉਸ ਜੀਵ ਇਸਤਰੀ ਦੇ ਸੱਸ ਸਹੁਰਾ ਬਣਨ ਜੀ। ਕਰਨੀ ਕਾਮਣ ਕਰ ਮੰਨ ਲਏ, ਤੇ ਹੇ ਮਨ ਜੇ ਜੀਵ ਸੁਚੱਜੀ ਜ਼ਿੰਦਗੀ ਨੂੰ ਇਸਤਰੀ ਬਣਾ ਲਏ ਜੀ। ਸਾਹਾ ਸੰਜੋਗ ਵਿਆਹ ਵਿਜੋਗ, ਜੇ ਸਤ ਸੰਗ ਵਿੱਚ ਜਾਣਾ ਪ੍ਰਭੂ ਜੀ ਨਾਲ ਵਿਆਹ ਦਾ ਸਾਹਾ ਸੋਧਿਆ ਜਾਏ, ਭਾਵ ਜਿਵੇਂ ਵਿਆਹ ਵਾਸਤੇ ਸੋਧਿਆ ਹੋਇਆ ਸਾਹਾ ਟਲਿਆ ਨਹੀਂ ਜਾ ਸਕਦਾ, ਤਿਵੇਂ ਸਤ ਸੰਗ ਵਿੱਚੋਂ ਕਦੇ ਨਾ ਖੁੰਝੇ ਜੀ। ਸੱਚ ਸੰਤਤ ਕਹੋ ਨਾਨਕ ਜੋਗ, ਜੇ ਸਤ ਸੰਗ ਵਿੱਚ ਰਹਿ ਕੇ ਦੁਨੀਆ ਨਾਲੋਂ ਨਿਰਮੋਹਤਾ ਰੂਪ ਪ੍ਰਭੂ ਨਾਲ ਵਿਆਹ ਹੋ ਜਾਏ ਤਾਂ ਇਸ ਵਿਆਹ ਵਿੱਚੋਂ ਸੱਚ ਭਾਵ ਪ੍ਰਭੂ ਜੀ ਦਾ ਸਦਾ ਹਿਰਦੇ ਵਿੱਚ ਟਿਕੇ ਰਹਿਣਾ ਉਸ ਜੀਵ ਇਸਤਰੀ ਦੀ ਸੰਤਾਨ ਹੈ। ਹੇ ਨਾਨਕ ਇਹ ਹੈ ਸੱਚਾ ਪ੍ਰਭੂ ਨਾਲ ਮਿਲਾਪ ਜੀ। ਗੌੜੀ ਮਹੱਲਾ ਪਹਿਲਾ। ਗੌੜੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਬਾਣੀ ਹੈ ਜੀ। ਪੌਣੇ ਪਾਣੀ ਅਗਨੀ ਕਾ ਮੇਲ,
हे ਆਤਮਿਕ ਜੀਵਨ ਦੀ ਸੂਝ ਵਾਲੇ ਮਨੁੱਖ, ਗੁਰੂ ਜੀ ਦੀ ਸ਼ਰਨ ਪੈ ਕੇ ਇਹ ਗੱਲ ਸਮਝ ਲੈ ਕਿ ਜਦੋਂ ਹਵਾ, ਪਾਣੀ, ਅੱਗ ਆਦਿਕ ਤੱਤਾਂ ਦਾ ਮਿਲਾਪ ਹੁੰਦਾ ਹੈ ਤਦੋਂ ਇਹ ਸਰੀਰ ਬਣਦਾ ਹੈ ਜੀ। ਚੰਚਲ ਚਪਲ ਬੁੱਧ ਕਾ ਖੇਲ, ਤੇ ਇਸ ਵਿੱਚ ਚੰਚਲ ਅਤੇ ਕਿਤੇ ਇੱਕ ਥਾਂ ਨਾ ਟਿਕਣ ਵਾਲੀ ਬੁੱਧੀ ਦੀ ਦੌੜ ਭੱਜ ਸ਼ੁਰੂ ਹੋ ਜਾਂਦੀ ਹੈ ਜੀ। 9 ਦਰਵਾਜ਼ੇ 10ਵਾਂ ਦੁਆਰ, ਸਰੀਰ ਦੀਆਂ 9 ਹੀ ਗੋਲਕਾਂ ਇਸ ਦੌੜ ਭੱਜ ਵਿੱਚ ਸ਼ਾਮਲ ਰਹਿੰਦੀਆਂ ਹਨ ਜੀ। ਬੁੱਝ ਰੇ ਗਿਆਨੀ ਇਹੋ ਵਿਚਾਰ, ਸਿਰਫ ਦਿਮਾਗ ਹੀ ਹੈ ਜਿਸ ਰਾਹੀਂ ਆਤਮਿਕ ਜੀਵਨ ਦੀ ਸੂਝ ਪੈ ਸਕਦੀ ਹੈ ਜੀ। ਕਥਤਾ ਬਖਤਾ ਸੁਣਤਾ ਸੋਈ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਉਹ ਪਰਮਾਤਮਾ ਹੀ ਹਰੇਕ ਜੀਵ ਵਿੱਚ ਵਿਆਪਕ ਹੋ ਕੇ ਬੋਲਣ ਵਾਲਾ, ਸੁਣਨ ਵਾਲਾ ਹੈ ਜੀ। ਆਪ ਵਿਚਾਰੇ ਸੋ ਗਿਆਨੀ ਹੋਈ ਰਹਾਓ, ਜਿਹੜਾ ਮਨੁੱਖ ਗੁਰੂ ਜੀ ਦੀ ਸ਼ਰਨ ਪੈ ਕੇ ਆਪਣੇ ਆਤਮਿਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹ ਮਨੁੱਖ ਆਤਮਿਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ਜੀ। ਦੇਹੀ ਮਾਟੀ ਬੋਲੇ ਪਾਉਣ, ਮਿੱਟੀ ਆਦਿਕ ਤੱਤਾਂ ਤੋਂ ਬਣੇ ਇਸ ਸਰੀਰ ਵਿੱਚ ਸਵਾਸ ਚੱਲਦਾ ਹੀ ਰਹਿੰਦਾ ਹੈ ਜੀ। ਬੁੱਝ ਰੇ ਗਿਆਨੀ ਮੂਆ ਹੈ ਕੌਣ, ਹੇ ਗਿਆਨਵਾਨ ਮਨੁੱਖ, ਇਸ ਗੱਲ ਨੂੰ ਸਮਝ ਕਿ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦੇ ਅੰਦਰੋਂ ਸਿਰਫ ਆਪਾ ਭਾਵ ਦੀ ਮੌਤ ਹੁੰਦੀ ਹੈ, ਉਂਝ ਹੋਰ ਕੁਝ ਨਹੀਂ ਮਰਦਾ ਜੀ। ਮੂਈ ਸੁਰਤ ਬਾਦ ਅਹੰਕਾਰ, ਹਾਂ ਗੁਰੂ ਮਿਲਿਆ ਮਨੁੱਖ ਦੇ ਅੰਦਰੋਂ ਮਾਇਆ ਵਾਲੇ ਪਾਸੇ ਦੀ ਖਿੱਚ ਮਰ ਜਾਂਦੀ ਹੈ। ਮਾਇਆ ਦੀ ਖਾਤਰ ਮਨ ਦਾ ਝਗੜਾ ਮਰ ਜਾਂਦਾ ਹੈ। ਮਨੁੱਖ ਦੇ ਅੰਦਰੋਂ ਮਾਇਆ ਦਾ ਹੰਕਾਰ ਮਰ ਜਾਂਦਾ ਹੈ ਜੀ। ਉਹ ਨਾ ਮੂਆ ਜੋ ਦੇਖਣਹਾਰ, ਪਰ ਉਹ ਆਤਮਾ ਨਹੀਂ ਮਰਦਾ ਜੋ ਸਭ ਦੀ ਸੰਭਾਲ ਕਰਨ ਵਾਲੇ ਪਰਮਾਤਮਾ ਦੀ ਅੰਸ਼ ਹੈ ਜੀ। ਜੈ ਕਾਰਨ ਤਟ ਤੀਰਥ ਜਾਹੀ, ਜਿਸ ਨਾਮ ਰਤਨ ਦੀ ਖਾਤਰ ਲੋਕ ਤੀਰਥਾਂ ਦੇ ਕੰਢੇ ਤੇ ਜਾਂਦੇ ਹਨ ਜੀ। ਰਤਨ ਪਦਾਰਥ ਘੱਟ ਹੀ ਮਾਹੀ, ਉਹ ਕੀਮਤੀ ਰਤਨ ਮਨੁੱਖ ਦੇ ਹਿਰਦੇ ਵਿੱਚ ਹੀ ਵਸਦਾ ਹੈ ਜੀ। ਪੜ੍ਹ ਪੜ੍ਹ ਪੰਡਿਤ ਬਾਦ ਵਖਾਣੈ, ਵੇਦ ਆਦਿਕ ਪੁਸਤਕਾਂ ਦਾ ਵਿਦਵਾਨ ਪੰਡਿਤ ਵੇਦ ਆਦਿਕ ਧਰਮ ਪੁਸਤਕਾਂ ਨੂੰ ਪੜ੍ਹ ਪੜ੍ਹ ਕੇ ਵੀ ਚਰਚਾ ਕਰਦਾ ਰਹਿੰਦਾ ਹੈ ਜੀ। ਭੀਤਰ ਹੁੰਦੀ ਵਸਤ ਨਾ ਜਾਣੈ, ਉਹ ਪੰਡਿਤ ਆਪਣੇ ਅੰਦਰ ਵਸਦੇ ਨਾਮ ਪਦਾਰਥ ਨਾਲ ਸਾਂਝ ਨਹੀਂ ਪਾਉਂਦਾ ਜੀ। ਹਉ ਨਾ ਮੂਆ ਮੇਰੀ ਮੂਈ ਬਲਾਇ, ਉਸ ਨੂੰ ਇਹ ਦਿਸ ਪੈਂਦਾ ਹੈ ਕਿ ਜੀਵ ਆਤਮਾ ਨਹੀਂ ਮਰਦਾ, ਮਨੁੱਖ ਦੇ ਅੰਦਰੋਂ ਮਾਇਆ ਦੀ ਮਮਤਾ ਰੂਪ ਚੜੇਲ ਹੀ ਮਰਦੀ ਹੈ ਜੀ। ਉਹ ਨਾ ਮੂਆ ਜੋ ਰਿਹਾ ਸਮਾਇ, ਸਭ ਜੀਵਾਂ ਵਿੱਚ ਵਿਆਪਕ ਪਰਮਾਤਮਾ ਕਦੇ ਨਹੀਂ ਮਰਦਾ ਜੀ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਹੇ ਨਾਨਕ, ਜਿਸ ਮਨੁੱਖ ਨੂੰ ਗੁਰੂ ਜੀ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ ਹੈ ਜੀ। ਮਰਤਾ ਜਾਤਾ ਨਜ਼ਰ ਨਾ ਆਇਆ, ਉਸ ਨੂੰ ਇਹ ਦਿਸ ਪੈਂਦਾ ਹੈ ਕਿ ਪ੍ਰਭੂ ਜੀ ਜੰਮਦਾ ਮਰਦਾ ਨਹੀਂ ਹੈ ਜੀ। ਗੌੜੀ ਮਹੱਲਾ ਪਹਿਲਾ ਦੱਖਣੀ, ਗੌੜੀ ਮਹੱਲੇ ਪਹਿਲੇ ਵਿੱਚ ਦੱਖਣੀ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਬਾਣੀ ਹੈ ਜੀ। ਸੁਣ ਸੁਣ ਬੂਝੈ ਮਾਨੈ ਨਾ, ਤਾਂ ਕੈ ਸਦ ਬਲਿਹਾਰੇ ਜਾ। ਜੋ ਮਨੁੱਖ ਸੱਚੇ ਗੁਰੂ ਕੀ ਸਾਖੀ ਸੀਖ ਸੁਣ ਸੁਣ ਕੇ ਉਸ ਨੂੰ ਵਿਚਾਰਦਾ ਸਮਝਦਾ ਹੈ ਤੇ ਇਹ ਯਕੀਨ ਬਣਾ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਅਸਲ ਬਣਜ ਵਪਾਰ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ਜੀ। ਆਪ ਭੁਲਾਏ ਠੌਰ ਨ ਠਾਓ, ਜਿਸ ਮਨੁੱਖ ਨੂੰ ਪ੍ਰਭੂ ਜੀ ਇਸ ਪਾਸੇ ਵੱਲੋਂ ਖੁਝਾ ਦਿੰਦਾ ਹੈ, ਉਸ ਨੂੰ ਕੋਈ ਹੋਰ ਆਤਮਿਕ ਸਹਾਰਾ ਨਹੀਂ ਮਿਲ ਸਕਦਾ ਜੀ। ਤੂੰ ਸਮਝਾਵਹਿ ਮੇਲ ਮਿਲਾਓ, ਹੇ ਪ੍ਰਭੂ ਜੀ, ਜਿਸ ਨੂੰ ਤੂੰ ਆਪ ਬਖਸ਼ੇ ਉਸ ਨੂੰ ਤੂੰ ਗੁਰੂ ਜੀ ਦੀ ਸਿੱਖਿਆ ਵਿੱਚ ਮੇਲ ਕੇ ਆਪਣੇ ਚਰਨਾਂ ਦਾ ਮਿਲਾਪ ਬਖਸ਼ਦਾ ਹੈ ਜੀ। ਨਾਮ ਮਿਲੇ ਚੱਲੇ ਮੈਂ ਨਾਲ, ਹੇ ਪ੍ਰਭੂ ਜੀ, ਮੇਰੀ ਇਹੀ ਅਰਦਾਸ ਹੈ ਕਿ ਮੈਨੂੰ ਤੇਰਾ ਨਾਮ ਮਿਲ ਜਾਏ। ਤੇਰਾ ਨਾਮ ਹੀ ਜਗਤ ਤੋਂ ਤੁਰਨ ਵੇਲੇ ਮੇਰੇ ਨਾਲ ਜਾ ਸਕਦਾ ਹੈ ਜੀ। ਬਿਨ ਨਾਵੈ ਬਾਧੀ ਸਭ ਕਾਲ ਰਹਾਉ, ਤੇਰਾ ਨਾਮ ਸਿਮਰਨ ਤੋਂ ਬਿਨਾਂ ਸਾਰੀ ਲੁਕਾਈ ਮੌਤ ਦੇ ਸਹਿਮ ਵਿੱਚ ਜਕੜੀ ਪਈ ਹੈ ਜੀ। ਖੇਤੀ ਬਣਜ ਨਾਵੈ ਕੀ ਓਟ, ਪਰਮਾਤਮਾ ਦੇ ਨਾਮ ਦਾ ਆਸਰਾ ਇਸ ਤਰ੍ਹਾਂ ਲਵੋ ਜਿਸ ਤਰ੍ਹਾਂ ਖੇਤੀ ਨੂੰ ਬਣਜ ਨੂੰ ਆਪਣੇ ਸਰੀਰਕ ਨਿਰਵਾਹ ਦਾ ਸਹਾਰਾ ਬਣਾਉਂਦੇ ਹੋ ਜੀ। ਪਾਪ ਪੁੰਨ ਬੀਜ ਕੀ ਪੋਟ, ਕੋਈ ਵੀ ਕੀਤਾ ਹੋਇਆ ਪਾਪ ਜਾਂ ਪੁੰਨ ਹਰੇਕ ਜੀਵ ਲਈ ਅਗਾਂਹ ਵਾਸਤੇ ਬੀਜ ਦੀ ਪੋਟਲੀ ਬਣ ਜਾਂਦਾ ਹੈ। ਉਹ ਚੰਗਾ ਮੰਦਾ ਕੀਤਾ ਕਰਮ ਮਨ ਦੇ ਅੰਦਰ ਸੰਸਕਾਰ ਰੂਪ ਵਿੱਚ ਟਿਕ ਕੇ ਉਹੋ ਜਿਹੇ ਕਰਮ ਕਰਨ ਲਈ ਪ੍ਰੇਰਨਾ ਕਰਦਾ ਰਹਿੰਦਾ ਹੈ ਜੀ।
ਕਾਮ ਕ੍ਰੋਧ ਜੀ ਮਹਿ ਚੋਟ। ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਪ੍ਰਭੂ ਜੀ ਦੇ ਨਾਮ ਦੇ ਥਾਂ ਕਾਮ ਕ੍ਰੋਧ ਆਦਿਕ ਵਿਕਾਰ ਚੋਟ ਲਾਉਂਦਾ ਰਹਿੰਦਾ ਹੈ, ਪ੍ਰੇਰਨਾ ਕਰਦਾ ਰਹਿੰਦਾ ਹੈ ਜੀ। ਨਾਮ ਵਿਸਾਰ ਚੱਲੇ ਮਨ ਖੋਟ। ਉਹ ਬੰਦੇ ਪ੍ਰਭੂ ਜੀ ਦਾ ਨਾਮ ਵਿਸਾਰ ਕੇ ਉੱਥੋਂ ਮਨ ਵਿੱਚ ਵਿਕਾਰਾਂ ਦੀ ਖੋਟ ਲੈ ਕੇ ਹੀ ਤੁਰ ਪੈਂਦੇ ਹਨ ਜੀ। ਸਾਚੇ ਗੁਰ ਕੀ ਸਾਚੀ ਸੀਖ। ਜਿਨ੍ਹਾਂ ਮਨੁੱਖਾਂ ਨੂੰ ਸੱਚੇ ਸਤਿਗੁਰੂ ਜੀ ਦੀ ਸੱਚੀ ਸਿੱਖਿਆ ਪ੍ਰਾਪਤ ਹੁੰਦੀ ਹੈ ਜੀ। ਤਨ ਮਨ ਸੀਤਲ ਸਾਚ ਪ੍ਰੀਖ। ਉਹਨਾਂ ਦਾ ਮਨ ਸ਼ਾਂਤ ਰਹਿੰਦਾ ਹੈ, ਉਹਨਾਂ ਦਾ ਸਰੀਰ ਸ਼ਾਂਤ ਰਹਿੰਦਾ ਹੈ, ਭਾਵ ਉਹਨਾਂ ਦੇ ਗਿਆਨ ਇੰਦਰੀ ਵਿਕਾਰਾਂ ਵੱਲੋਂ ਹਟੇ ਰਹਿੰਦੇ ਹਨ। ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਜੀ ਨੂੰ ਪਛਾਣ ਲੈਂਦੇ ਹਨ, ਸਾਂਝ ਪਾ ਲੈਂਦੇ ਹਨ ਜੀ। ਜਲ ਪੁਰਾਇਨ ਰਸ ਕਮਲ ਪ੍ਰੀਖ। ਜਿਵੇਂ ਪਾਣੀ ਦੀ ਚੌਪੱਤੀ, ਜਿਵੇਂ ਪਾਣੀ ਦਾ ਕੌਲ ਫੁੱਲ ਪਾਣੀ ਤੋਂ ਬਿਨਾਂ ਜਿਉਂਦੇ ਨਹੀਂ ਰਹਿ ਸਕਦੇ, ਤਿਵੇਂ ਉਹਨਾਂ ਦੀ ਜਿੰਦ ਪ੍ਰਭੂ ਜੀ ਦੇ ਨਾਮ ਦਾ ਵਿਛੋੜਾ ਸਹਾਰ ਨਹੀਂ ਸਕਦੀ ਜੀ। ਸ਼ਬਦ ਰਤੇ ਮਿੱਠੇ ਰਸ ਈਖ। ਉਹ ਗੁਰੂ ਜੀ ਦੇ ਸ਼ਬਦ ਵਿੱਚ ਰੰਗੇ ਰਹਿੰਦੇ ਹਨ। ਉਹ ਮਿੱਠੇ ਸੁਭਾਅ ਵਾਲੇ ਹੁੰਦੇ ਹਨ, ਜਿਵੇਂ ਗੰਨੇ ਦੀ ਰੋਹ ਮਿੱਠੀ ਹੈ ਜੀ। ਹੁਕਮ ਸੰਜੋਗੀ ਗੜ੍ਹ 10 ਦੁਆਰ। ਪ੍ਰਭੂ ਜੀ ਦੇ ਹੁਕਮ ਵਿੱਚ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਸ 10 ਦੁਆਰੀ ਸਰੀਰ ਕਿਲੇ ਵਿੱਚ ਜੀ ਪੰਚ ਬਸੈ ਮਿਲ ਜੋਤ ਅਪਾਰ। ਸੰਤ ਜਨ ਅਪਾਰ ਪ੍ਰਭੂ ਜੀ ਦੇ ਜੋਤ ਨਾਲ ਮਿਲ ਕੇ ਵਸਦੇ ਹਨ ਜੀ। ਆਪ ਤੁਲੈ ਆਪੇ ਬਣਜਾਰ। ਕਾਮ ਕ੍ਰੋਧ ਆਦਿਕ ਕੋਈ ਵਿਕਾਰ ਇਸ ਕਿਲੇ ਵਿੱਚ ਉਹਨਾਂ ਉੱਤੇ ਚੋਟ ਨਹੀਂ ਕਰਦਾ। ਉਹਨਾਂ ਦੇ ਅੰਦਰ ਪ੍ਰਭੂ ਜੀ ਆਪ ਨਾਮ ਬੱਖਰ ਬਣ ਕੇ ਬਣਜਿਆ ਜਾ ਰਿਹਾ ਹੈ ਜੀ। ਨਾਨਕ ਨਾਮ ਸਵਾਰਨਹਾਰ। ਤੇ ਹੇ ਨਾਨਕ, ਉਹਨਾਂ ਸੰਤ ਜਨਾਂ ਨੂੰ ਆਪਣੇ ਨਾਮ ਵਿੱਚ ਜੋੜ ਕੇ ਆਪ ਹੀ ਉਹਨਾਂ ਦਾ ਜੀਵਨ ਸੁਚੱਜਾ ਬਣਾਉਂਦਾ ਹੈ ਜੀ। ਗੌੜੀ ਮਹੱਲਾ ਪਹਿਲਾ। ਗੌੜੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਬਾਣੀ ਹੈ ਜੀ। ਜਾਤੋ ਜਾਏ ਕਹਾਂ ਤੇ ਆਵੈ। ਪਰ ਇਹ ਕਿਵੇਂ ਸਮਝ ਆਵੇ ਕਿ ਇਹ ਵਾਸ਼ਨਾ ਕਿੱਥੋਂ ਆਉਂਦੀ ਹੈ ਜੀ। ਕਹਿ ਉਪਜੈ ਕਹਿ ਜਾਏ ਸਮਾਵੈ। ਵਾਸ਼ਨਾ ਕਿੱਥੋਂ ਪੈਦਾ ਹੁੰਦੀ ਹੈ ਤੇ ਕਿੱਥੇ ਜਾ ਕੇ ਮੁੱਕ ਜਾਂਦੀ ਹੈ ਜੀ। ਕਿਉਂ ਬਾਧਿਓ ਕਿਉਂ ਮੁਕਤੀ ਪਾਵੈ। ਮਨੁੱਖ ਕਿਵੇਂ ਇਸ ਵਾਸ਼ਨਾ ਵਿੱਚ ਬੱਝ ਜਾਂਦਾ ਹੈ ਤੇ ਕਿਵੇਂ ਇਸ ਤੋਂ ਖਲਾਸੀ ਹਾਸਲ ਕਰਦਾ ਹੈ ਜੀ। ਕਿਉਂ ਅਬਨਾਛੀ ਸਹਿਜ ਸਮਾਵੈ। ਖਲਾਸੀ ਪਾ ਕੇ ਕਿਵੇਂ ਅਟਲ ਅਡੋਲ ਅਵਸਥਾ ਵਿੱਚ ਟਿਕ ਜਾਂਦਾ ਹੈ ਜੀ। ਨਾਮ ਹਿਰਦੈ ਅੰਮ੍ਰਿਤ ਮੁਖ ਨਾਮ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਅੰਮ੍ਰਿਤ ਵਸਦਾ ਹੈ, ਜੋ ਮਨੁੱਖ ਮੂੰਹੋਂ ਪ੍ਰਭੂ ਜੀ ਦਾ ਨਾਮ ਉਚਾਰਦਾ ਹੈ ਜੀ। ਨਰ ਹਰ ਨਾਮ ਨਰ ਹਰ ਨਿਹਕਾਮ ਰਹਾਉ। ਉਹ ਪ੍ਰਭੂ ਜੀ ਦਾ ਨਾਮ ਲੈ ਕੇ ਪ੍ਰਭੂ ਵਾਂਗ ਕਾਮਨਾ ਰਹਿਤ ਵਾਚਨਾ ਰਹਿਤ ਹੋ ਜਾਂਦਾ ਹੈ ਜੀ। ਸਹਿਜੇ ਆਵੈ ਸਹਿਜੇ ਜਾਏ। ਗੁਰੂ ਜੀ ਦੇ ਸਨਮੁਖ ਹੋਇਆਂ ਇਹ ਸਮਝ ਆਉਂਦੀ ਹੈ ਕਿ ਉਹ ਵਾਸ਼ਨਾ ਕੁਦਰਤੀ ਨਿਯਮ ਅਨੁਸਾਰ ਪੈਦਾ ਹੋ ਜਾਂਦੀ ਹੈ, ਕੁਦਰਤੀ ਨਿਯਮ ਅਨੁਸਾਰ ਹੀ ਮੁੱਕ ਜਾਂਦੀ ਹੈ ਜੀ। ਮਨ ਤੇ ਉਪਜੈ ਮਨ ਮਾਹੇ ਸਮਾਏ। ਮਨ ਮੁਕਤਾ ਦੀ ਹਾਲਤ ਵਿੱਚ ਮਨ ਤੋਂ ਪੈਦਾ ਹੁੰਦੀ ਹੈ ਤਾਂ ਗੁਰੂ ਜੀ ਦੇ ਸਨਮੁਖ ਹੋਇਆਂ ਮਨ ਵਿੱਚ ਹੀ ਖਤਮ ਹੋ ਜਾਂਦੀ ਹੈ ਜੀ। ਗੁਰਮੁਖ ਮੁਕਤੋ ਬੰਧ ਨਾ ਪਾਏ। ਜੋ ਮਨੁੱਖ ਗੁਰੂ ਜੀ ਦੇ ਸਨਮੁਖ ਰਹਿੰਦਾ ਹੈ ਉਹ ਵਾਸ਼ਨਾ ਤੋਂ ਬਚਿਆ ਰਹਿੰਦਾ ਹੈ। ਵਾਸ਼ਨਾ ਉਸ ਦੇ ਰਾਹ ਵਿੱਚ ਬੰਨ ਨਹੀਂ ਮਾਰ ਸਕਦੀ ਜੀ। ਸ਼ਬਦ ਵਿਚਾਰ ਛੁੱਟੇ ਹਰ ਨਾਮ। ਗੁਰੂ ਜੀ ਦੇ ਸ਼ਬਦ ਨੂੰ ਵਿਚਾਰ ਕੇ ਉਹ ਮਨੁੱਖ ਪ੍ਰਭੂ ਜੀ ਦੇ ਨਾਮ ਦੀ ਰਾਹੀਂ ਵਾਸ਼ਨਾ ਦੇ ਜਾਲ ਵਿੱਚੋਂ ਬਚ ਜਾਂਦਾ ਹੈ ਜੀ। ਤਰਵਰ ਪੰਖੀ ਬਹੁ ਨਿਸਵਾਸ। ਜਿਵੇਂ ਰਾਤ ਵੇਲੇ ਅਨੇਕਾਂ ਪੰਛੀ ਰੁੱਖਾਂ ਉੱਤੇ ਬਸੇਰਾ ਕਰ ਲੈਂਦੇ ਹਨ, ਤਿਵੇਂ ਜੀਵ ਜਗਤ ਵਿੱਚ ਰਹਿਣ ਬਸੇਰੇ ਲਈ ਆਉਂਦੇ ਹਨ ਜੀ। ਸੁਖ ਦੁਖੀਆ ਮਨ ਮੋਹ ਵਿਨਾਸ਼। ਕੋਈ ਸੁਖੀ ਹਨ ਕੋਈ ਦੁਖੀ ਹਨ। ਕਈਆਂ ਦੇ ਮਨ ਵਿੱਚ ਮਾਇਆ ਦਾ ਮੋਹ ਬਣ ਜਾਂਦਾ ਹੈ ਤੇ ਉਹ ਆਤਮਿਕ ਮੌਤ ਸੇੜ ਲੈਂਦੇ ਹਨ ਜੀ। ਸਾਜ ਬਿਹਾਗ ਤੱਕੇ ਆਗਾਸ। ਪੰਛੀ ਸ਼ਾਮ ਵੇਲੇ ਰੁੱਖਾਂ ਤੇ ਆ ਕੇ ਟਿਕਦੇ ਹਨ, ਸਵੇਰੇ ਆਕਾਸ਼ ਨੂੰ ਤੱਕਦੇ ਹਨ, ਚਾਨਣ ਦੇਖ ਕੇ ਦਸੀਂ ਪਾਸੀਂ ਉੱਡ ਜਾਂਦੇ ਹਨ ਜੀ। ਦਾਦ ਸਤਾਵੈ ਕਰਮ ਲਿਖਿਆਸ। ਤਿਵੇਂ ਜੀਵ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦਸੀਂ ਪਾਸੀਂ ਭਟਕਦੇ ਫਿਰਦੇ ਹਨ ਜੀ। ਨਾਮ ਸੰਜੋਗੀ ਗੋਇਲ ਥਾਟ। ਜਿਵੇਂ ਔੜ ਲੱਗਣ ਤੇ ਲੋਕ ਦਰਿਆਵਾਂ ਕੰਢੇ ਹਰਿਆਵਲੇ ਥਾਂ ਵਿੱਚ 4 ਦਿਨਾਂ ਦਾ ਟਿਕਾਣਾ ਬਣਾ ਲੈਂਦੇ ਹਨ, ਤਿਵੇਂ ਪ੍ਰਭੂ ਜੀ ਦੇ ਨਾਮ ਨਾਲ ਸਾਂਝ ਪਾਉਣ ਵਾਲੇ ਬੰਦੇ ਜਗਤ ਵਿੱਚ ਚੰਦ ਰੋਜ਼ਾ ਟਿਕਾਣਾ ਸਮਝਦੇ ਹਨ ਜੀ। ਕਾਮ ਕ੍ਰੋਧ
ਫੂਟੇ ਬਿਖਮਾਟ। ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਆਦਿਕ ਦਾ ਬੋਲਾ ਮਟਕਾ ਭੱਜ ਜਾਂਦਾ ਹੈ। ਭਾਵ ਉਹਨਾਂ ਦੇ ਅੰਦਰ ਕਾਮਾਦਾਇਕ ਵਿਕਾਰ ਜ਼ੋਰ ਨਹੀਂ ਪਾਉਂਦੇ ਜੀ। ਬਿਨ ਵੱਖਰ ਸੁਨੋ ਘਰ ਹਾਟ। ਜੋ ਮਨੁੱਖ ਨਾਮ ਵੱਖਰ ਤੋਂ ਵਾਂਝੇ ਰਹਿੰਦੇ ਹਨ, ਉਹਨਾਂ ਦਾ ਹਿਰਦਾ ਹੱਟ ਸੱਖਣਾ ਹੁੰਦਾ ਹੈ। ਉਹਨਾਂ ਦੇ ਸੁੰਝੇ ਹਿਰਦੇ ਘਰ ਨੂੰ ਮਾਨੋ ਜਿੰਦਰੇ ਵੱਜੇ ਰਹਿੰਦੇ ਹਨ ਜੀ। ਗੁਰਮਿਲ ਖੋਲੇ ਬੱਜਰ ਕਪਾਟ। ਗੁਰੂ ਨੂੰ ਮਿਲ ਕੇ ਉਹ ਕਰੜੇ ਕਵਾੜ ਖੁੱਲ੍ਹ ਜਾਂਦੇ ਹਨ ਜੀ। ਸਾਧ ਮਿਲੇ ਪੂਰਬ ਸੰਜੋਗ। ਜਿਨ੍ਹਾਂ ਮਨੁੱਖਾਂ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉਗਣ 'ਤੇ ਗੁਰੂ ਮਿਲਦਾ ਹੈ ਜੀ। ਸੱਚ ਰਹੱਸੇ ਪੂਰੇ ਹਰ ਲੋਗ। ਉਹ ਪੂਰੇ ਪੁਰਸ਼ ਸਦਾ ਥਿਰ ਪ੍ਰਭੂ ਜੀ ਵਿੱਚ ਜੁੜ ਕੇ ਖਿੜੇ ਰਹਿੰਦੇ ਹਨ ਜੀ। ਮਨ ਤਨ ਦੇ ਲੈ ਸਹਿਜ ਸੁਭਾਏ। ਜੋ ਮਨੁੱਖ ਮਨ ਗੁਰੂ ਜੀ ਦੇ ਹਵਾਲੇ ਕਰਕੇ, ਸਰੀਰ ਗੁਰੂ ਜੀ ਦੇ ਹਵਾਲੇ ਕਰਕੇ ਅਡੋਲਤਾ ਵਿੱਚ ਟਿਕ ਕੇ ਪ੍ਰੇਮ ਵਿੱਚ ਜੁੜ ਕੇ ਨਾਮ ਦੀ ਦਾਤ ਗੁਰੂ ਜੀ ਤੋਂ ਲੈਂਦੇ ਹਨ ਜੀ। ਨਾਨਕ ਤਿਨ ਕੈ ਲਾਗੋਂ ਪਾਏ। ਹੇ ਨਾਨਕ, ਮੈਂ ਉਹਨਾਂ ਦੀ ਚਰਨੀ ਲੱਗਦਾ ਹਾਂ ਜੀ। ਗੌੜੀ ਮਹੱਲਾ ਪਹਿਲਾ। ਗੌੜੀ ਮਹੱਲੇ ਪਹਿਲੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਬਾਣੀ ਹੈ ਜੀ। ਕਾਮ ਕ੍ਰੋਧ ਮਾਇਆ ਮਹਿ ਚੀਤ। ਮੇਰੇ ਅੰਦਰ ਕਾਮ ਪ੍ਰਬਲ ਹੈ, ਕ੍ਰੋਧ ਪ੍ਰਬਲ ਹੈ। ਮੇਰਾ ਚਿੱਤ ਮਾਇਆ ਵਿੱਚ ਮਗਨ ਰਹਿੰਦਾ ਹੈ ਜੀ। ਝੂਠ ਵਿਕਾਰ ਜਾਗੇ ਹਿਤ ਚੀਤ। ਝੂਠ ਬੋਲਣ ਦੇ ਭੈੜ ਵਿੱਚ ਮੇਰਾ ਹਿਤ ਜਾਗਦਾ ਹੈ, ਮੇਰਾ ਚਿੱਤ ਤਤਪਰ ਹੁੰਦਾ ਹੈ ਜੀ। ਪੂੰਜੀ ਪਾਪ ਲੋਭ ਕੀ ਕੀਤ। ਮੈਂ ਪਾਪ ਤੇ ਲੋਭ ਦੀ ਰਾਸ ਪੂੰਜੀ ਇਕੱਠੀ ਕੀਤੀ ਹੋਈ ਹੈ ਜੀ। ਤਰ ਤਾਰੀ ਮਨ ਨਾਮ ਸੁਚੀਤ। ਤੇਰੀ ਮਿਹਰ ਨਾਲ ਜੇ ਮੇਰੇ ਮਨ ਵਿੱਚ ਤੇਰਾ ਪਵਿੱਤਰ ਕਰਨ ਵਾਲਾ ਨਾਮ ਵਸ ਪਏ ਤਾਂ ਇਹ ਮੇਰੇ ਲਈ ਤੁਲਹਾ ਹੈ, ਬੇੜੀ ਹੈ ਜੀ। ਬਾਹੋ ਬਾਹੋ ਸਾਚੇ ਮੈਂ ਤੇਰੀ ਟੇਕ। ਹੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਜੀ, ਤੂੰ ਅਚਰਜ ਹੈ, ਤੂੰ ਅਚਰਜ ਹੈ। ਤੇਰੇ ਵਰਗਾ ਹੋਰ ਕੋਈ ਨਹੀਂ। ਕਾਮ ਆਦਿਕ ਵਿਕਾਰਾਂ ਤੋਂ ਬਚਣ ਲਈ ਮੈਨੂੰ ਸਿਰਫ ਤੇਰਾ ਹੀ ਆਸਰਾ ਹੈ ਜੀ। ਹੋਂ ਪਾਪੀ ਤੂੰ ਨਿਰਮਲ ਏਕ ਰਹਾਉ। ਮੈਂ ਪਾਪੀ ਹਾਂ, ਸਿਰਫ ਤੂੰ ਹੀ ਪਵਿੱਤਰ ਕਰਨ ਦੇ ਸਮਰੱਥ ਹੈ ਜੀ। ਅਗਨ ਪਾਣੀ ਬੋਲੇ ਭੜਵਾਓ। ਜੀਵ ਦੇ ਅੰਦਰ ਕਦੇ ਅੱਗ ਦਾ ਜ਼ੋਰ ਪੈ ਜਾਂਦਾ ਹੈ, ਕਦੇ ਪਾਣੀ ਪ੍ਰਬਲ ਹੋ ਜਾਂਦਾ ਹੈ। ਇਸ ਵਾਸਤੇ ਤੱਤਾ ਠੰਡਾ ਬੋਲਦਾ ਰਹਿੰਦਾ ਹੈ ਜੀ। ਜਿਹਵਾ ਇੰਦਰੀ ਏਕ ਸੁਆਓ। ਜੀਭ ਆਦਿਕ ਹਰੇਕ ਇੰਦਰੀ ਨੂੰ ਆਪੋ ਆਪਣਾ ਚਸਕਾ ਲੱਗਾ ਹੋਇਆ ਹੈ ਜੀ। ਦਿਸ਼ਟ ਵਿਕਾਰੀ ਨਾਹੀਂ ਪਉ ਪਾਓ। ਨਿਗਾਹ ਵਿਕਾਰਾਂ ਵੱਲ ਰਹਿੰਦੀ ਹੈ, ਮਨ ਵਿੱਚ ਨਾ ਡਰ ਹੈ ਨਾ ਪ੍ਰੇਮ ਹੈ। ਅਜਿਹੀ ਹਾਲਤ ਵਿੱਚ ਪ੍ਰਭੂ ਜੀ ਦਾ ਨਾਮ ਕਿਵੇਂ ਮਿਲੇ ਜੀ। ਆਪ ਮਾਰੇ ਤਾਂ ਪਾਏ ਨਾਉ। ਜੀਵ ਆਪਾ ਭਾਵ ਨੂੰ ਖਤਮ ਕਰੇ ਤਾਂ ਹੀ ਪਰਮਾਤਮਾ ਜੀ ਦਾ ਨਾਮ ਪ੍ਰਾਪਤ ਹੋ ਸਕਦਾ ਹੈ ਜੀ। ਸ਼ਬਦ ਮਰੇ ਫਿਰ ਮਰਨ ਨਾ ਹੋਏ। ਜਦੋਂ ਮਨੁੱਖ ਗੁਰੂ ਜੀ ਦੇ ਸ਼ਬਦ ਵਿੱਚ ਜੁੜ ਕੇ ਆਪਾ ਭਾਵ ਮੁਕਾਉਂਦਾ ਹੈ ਤਾਂ ਇਸ ਨੂੰ ਆਤਮਿਕ ਮੌਤ ਨਹੀਂ ਹੁੰਦੀ ਜੀ। ਬਿਨ ਮੂਏ ਕਿਉਂ ਪੂਰਾ ਹੋਏ। ਆਪਾ ਭਾਵ ਦੇ ਖਤਮ ਹੋਣ ਤੋਂ ਬਿਨਾਂ ਮਨੁੱਖ ਪੂਰਨ ਨਹੀਂ ਹੋ ਸਕਦਾ, ਉਕਾਈਆਂ ਤੋਂ ਬਚ ਨਹੀਂ ਸਕਦਾ ਜੀ। ਪਰ ਪੰਚ ਵਿਆਪ ਰਹਿਆ ਮਨ ਦੋਏ। ਸਗੋਂ ਮਨ ਮਾਇਆ ਦੇ ਛਲ ਵਿੱਚ ਦਵੈਤ ਵਿੱਚ ਫਸਿਆ ਰਹਿੰਦਾ ਹੈ ਜੀ। ਥਿਰ ਨਾਰਾਇਣ ਕਰੇ ਸੋ ਹੋਏ। ਜੀਵ ਦੇ ਵੀ ਕੀ ਬਸ, ਜਿਸ ਨੂੰ ਪਰਮਾਤਮਾ ਆਪ ਡੋਲ ਚਿਤ ਕਰਦਾ ਹੈ ਉਹੀ ਹੁੰਦਾ ਹੈ ਜੀ। ਬੋਹਿਤ ਚੜੋ ਜਾਂ ਆਵੈ ਵਾਰ। ਮੈਂ ਪ੍ਰਭੂ ਜੀ ਦੇ ਨਾਮ ਜਹਾਜ਼ ਵਿੱਚ ਤਦੋਂ ਹੀ ਚੜ੍ਹ ਸਕਦਾ ਹਾਂ ਜਦੋਂ ਉਸ ਦੀ ਮਿਹਰ ਨਾਲ ਮੈਨੂੰ ਵਾਰੀ ਮਿਲੇ ਜੀ। ਠਾਕੇ ਬੋਹਿਤ ਦਰਗਾਹ ਮਾਰ। ਜਿਹੜੇ ਬੰਦਿਆਂ ਨੂੰ ਨਾਮ ਜਹਾਜ਼ 'ਤੇ ਚੜ੍ਹਨਾ ਨਹੀਂ ਮਿਲਦਾ, ਉਹਨਾਂ ਨੂੰ ਪ੍ਰਭੂ ਜੀ ਦੀ ਦਰਗਾਹ ਵਿੱਚ ਖੁਆਰੀ ਮਿਲਦੀ ਹੈ, ਧੱਕੇ ਪੈਂਦੇ ਹਨ। ਪ੍ਰਭੂ ਜੀ ਦਾ ਦੀਦਾਰ ਨਸੀਬ ਨਹੀਂ ਹੁੰਦਾ ਜੀ। ਸੱਚ ਸਾਲਾਹੀ ਧੰਨ ਗੁਰਦੁਆਰ। ਅਸਲ ਗੱਲ ਇਹ ਹੈ ਕਿ ਗੁਰੂ ਜੀ ਦਾ ਦਰ ਸਭ ਤੋਂ ਸ੍ਰੇਸ਼ਟ ਹੈ। ਗੁਰੂ ਜੀ ਦੇ ਦਰ 'ਤੇ ਰਹਿ ਕੇ ਹੀ ਮੈਂ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਸਕਦਾ ਹਾਂ ਜੀ। ਨਾਨਕ ਦਰ ਘਰ ਏਕ ਓਂਕਾਰ। ਹੇ ਨਾਨਕ, ਗੁਰੂ ਜੀ ਦੇ ਦਰ 'ਤੇ ਰਿਹਾ ਹੀ ਹਿਰਦੇ ਵਿੱਚ ਪ੍ਰਮਾਤਮਾ ਦਾ ਦਰਸ਼ਨ ਹੁੰਦਾ ਹੈ ਜੀ। ਗੌੜੀ ਮਹੱਲਾ ਪਹਿਲਾ। ਗੌੜੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਬਾਣੀ ਹੈ ਜੀ। ਉਲਟਿਓ ਕਮਲ ਬ੍ਰਹਮ ਵਿਚਾਰ
ਪਰਮਾਤਮਾ ਦੀ ਸਿਫਤ ਸਲਾਹ ਵਿੱਚ ਚਿੱਤ ਜੋੜਿਆਂ ਹਿਰਦਾ ਕਮਲ ਮਾਇਆ ਦੇ ਮੋਹ ਵੱਲੋਂ ਹਟ ਜਾਂਦਾ ਹੈ ਜੀ। ਅੰਮ੍ਰਿਤ ਧਾਰ ਗਗਨ ਦਸ ਦੁਆਰ, ਦਿਮਾਗ ਵਿੱਚ ਵੀ ਸਿਫਤ ਸਲਾਹ ਦੀ ਬਰਕਤ ਨਾਲ ਨਾਮ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਤੇ ਮਾਇਆ ਵਾਲੇ ਝੰਬੇਲਿਆਂ ਦੀ ਅਸ਼ਾਂਤੀ ਮਿਟ ਕੇ ਠੰਡ ਪੈ ਜਾਂਦੀ ਹੈ ਜੀ। ਇਹ ਭਵਨ ਬੇਧਿਆ ਆਪ ਮੁਰਾਰ, ਫਿਰ ਦਿਲ ਨੂੰ ਵੀ ਤੇ ਦਿਮਾਗ ਨੂੰ ਵੀ ਇਹ ਯਕੀਨ ਹੋ ਜਾਂਦਾ ਹੈ ਕਿ ਪ੍ਰਭੂ ਜੀ ਆਪ ਸਾਰੇ ਜਗਤ ਦੇ ਜਰੇ ਜਰੇ ਵਿੱਚ ਮੌਜੂਦ ਹੈ ਜੀ। ਰੇ ਮਨ ਮੇਰੇ ਭਰਮ ਨਾ ਕੀਜੈ, ਇਹ ਮੇਰੇ ਮਨ ਮਾਇਆ ਦੀ ਖਾਤਰ ਭਟਕਣ ਛੱਡ ਦੇ ਅਤੇ ਪਰਮਾਤਮਾ ਜੀ ਦੀ ਸਿਫਤ ਸਲਾਹ ਵਿੱਚ ਜੁੜ ਜੀ। ਮਨ ਮਾਨਿਆ ਅੰਮ੍ਰਿਤ ਰਸ ਪੀਜੈ, ਰਹਾਓ। ਜਦੋਂ ਮਨ ਨੂੰ ਪਰਮਾਤਮਾ ਦੀ ਸਿਫਤ ਸਲਾਹ ਚੰਗੀ ਲੱਗਣ ਲੱਗ ਪੈਂਦੀ ਹੈ, ਤਦੋਂ ਇਹ ਸਿਫਤ ਸਲਾਹ ਦਾ ਸਵਾਦ ਮੰਨਣ ਲੱਗ ਪੈਂਦਾ ਹੈ ਜੀ। ਜਨਮ ਜੀਤ ਮਰਨ ਮਨ ਮਾਨਿਆ, ਸਿਫਤ ਸਲਾਹ ਵਿੱਚ ਜੁੜਿਆਂ ਜਨਮ ਮਨੋਰਥ ਪ੍ਰਾਪਤ ਕਰਕੇ ਮਨ ਨੂੰ ਸਵਾਰਥ ਦਾ ਮੁੱਕ ਜਾਣਾ ਪਸੰਦ ਆ ਜਾਂਦਾ ਹੈ ਜੀ। ਆਪ ਮੁਆ ਮਨ ਮਨ ਤੇ ਜਾਣਿਆ, ਇਸ ਗੱਲ ਦੀ ਸੂਝ ਮਨ ਅੰਦਰੋਂ ਹੀ ਪੈ ਜਾਂਦੀ ਹੈ ਕਿ ਆਪਾ ਭਾਵ ਮੁੱਕ ਗਿਆ ਹੈ ਜੀ। ਨਜ਼ਰ ਪਈ ਘਰ ਘਰ ਤੇ ਜਾਣਿਆ, ਜਦੋਂ ਪ੍ਰਭੂ ਜੀ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਹਿਰਦੇ ਵਿੱਚ ਹੀ ਇਹ ਅਨੁਭਵ ਹੋ ਜਾਂਦਾ ਹੈ ਕਿ ਇਹ ਸੁਰਤ ਪ੍ਰਭੂ ਚਰਨਾਂ ਵਿੱਚ ਜੁੜੀ ਹੋਈ ਹੈ ਜੀ। ਜਤ ਸਤ ਤੀਰਥ ਮੱਜਨ ਨਾਮ, ਪਰਮਾਤਮਾ ਜੀ ਦੇ ਨਾਮ ਵਿੱਚ ਜੁੜਨਾ ਹੀ ਜਤ ਸਤ ਤੇ ਤੀਰਥ ਇਸ਼ਨਾਨ ਦਾ ਉਦਮ ਹੈ ਜੀ। ਅਦਕ ਵਿਥਾਰ ਕਰੋ ਕਿਸ ਕਾਮ, ਮੈਂ ਜਤ ਸਤ ਅਦਕ ਵਾਲਾ ਬਹੁਤਾ ਖਲਾਰਾਂ ਵੀ ਕਿਉਂ, ਇਹ ਸਾਰੇ ਉਦਮ ਤਾਂ ਲੋਕ ਵਿਖਾਵੇ ਦੇ ਹੀ ਹਨ ਜੀ। ਨਰ ਨਾਰਾਇਣ ਅੰਤਰਜਾਮ, ਤੇ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਦਾ ਹੈ ਜੀ। ਆਨ ਮੰਨੋ ਤੋ ਪਰ ਕਰ ਜਾਉ, ਮਾਇਆ ਵਾਲੀ ਭਟਕਣਾ ਮੁਕਾਉਣ ਵਾਸਤੇ ਪ੍ਰਭੂ ਦਰ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ, ਹੋਰ ਕੋਈ ਆਸਰਾ ਨਹੀਂ। ਸੋ ਮੈਂ ਤਦੋਂ ਹੀ ਕਿਸੇ ਹੋਰ ਥਾਂ ਜਾਵਾਂ ਜੇ ਮੈਂ ਪ੍ਰਭੂ ਜੀ ਤੋਂ ਬਿਨਾਂ ਕੋਈ ਹੋਰ ਥਾਂ ਮੰਨ ਹੀ ਲਵਾਂ ਜੀ। ਕਿਸ ਜਾਚੋਂ ਨਾਹੀ ਕੋ ਥਾਂ, ਕੋਈ ਹੋਰ ਥਾਂ ਹੀ ਨਹੀਂ, ਮੈਂ ਕਿਸ ਪਾਸੋਂ ਇਹ ਮੰਗਾਂ ਕਿ ਮੇਰਾ ਮਨ ਭਟਕਣੋਂ ਹਟ ਜਾਏ ਜੀ। ਨਾਨਕ ਗੁਰਮਤਿ ਸਹਿਜ ਸਮਾਉ, ਇਹ ਨਾਨਕ ਮੈਨੂੰ ਯਕੀਨ ਹੈ ਕਿ ਗੁਰੂ ਜੀ ਦਾ ਉਪਦੇਸ਼ ਹਿਰਦੇ ਵਿੱਚ ਵਸਾ ਕੇ ਉਸ ਆਤਮਿਕ ਅਵਸਥਾ ਵਿੱਚ ਲੀਨ ਰਹਿ ਸਕੀਦਾ ਹੈ ਜਿੱਥੇ ਮਾਇਆ ਵਾਲੀ ਭਟਕਣਾ ਦੀ ਅਣਹੋਂਦ ਹੈ, ਜਿੱਥੇ ਅਡੋਲਤਾ ਹੈ ਜੀ। ਗੌੜੀ ਮਹੱਲਾ ਪਹਿਲਾ। ਗੌੜੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਪਵਿੱਤਰ ਬਾਣੀ ਹੈ ਜੀ। ਸਤਿਗੁਰ ਮਿਲੇ ਸੋ ਮਰਨ ਦਿਖਾਏ, ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਇਹ ਮੌਤ ਦਿਖਾ ਦਿੰਦਾ ਹੈ। ਵਿਕਾਰਾਂ ਵੱਲੋਂ ਉਹ ਮੌਤ ਉਸ ਦੇ ਜੀਵਨ ਤਜਰਬੇ ਵਿੱਚ ਲਿਆ ਦਿੰਦਾ ਹੈ ਜੀ। ਮਰਨ ਰਹਿਣ ਰਸ ਅੰਤਰ ਭਾਏ, ਜਿਸ ਮੌਤ ਦਾ ਆਨੰਦ ਤੇ ਉਸ ਤੋਂ ਪੈਦਾ ਹੋਏ ਸਦੀਵੀ ਆਤਮਿਕ ਜੀਵਨ ਦਾ ਆਨੰਦ ਉਸ ਮਨੁੱਖ ਨੂੰ ਆਪਣੇ ਹਿਰਦੇ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ ਜੀ। ਗਰਭ ਨਿਵਾਰ ਗਗਨ ਪੁਰ ਪਾਏ, ਉਹ ਮਨੁੱਖ ਸਰੀਰ ਆਦਿਕ ਦਾ ਹੰਕਾਰ ਦੂਰ ਕਰਕੇ ਉਹ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਸੁਰਤ ਉੱਚੀਆਂ ਉਡਾਰੀਆਂ ਲਾਉਂਦੀ ਰਹੇ ਜੀ। ਮਰਨ ਲਿਖਾਏ ਆਏ ਨਹੀਂ ਰਹਿਣਾ, ਸਾਰੇ ਜੀਵ ਸਰੀਰਕ ਮੌਤ ਰੂਪ ਹੁਕਮ ਪ੍ਰਭੂ ਜੀ ਦੀ ਹਜ਼ੂਰੀ ਵਿੱਚੋਂ ਲਿਖਾ ਕੇ ਜੰਮਦੇ ਹਨ। ਭਾਵ ਇਹੀ ਰੱਬੀ ਨਿਯਮ ਹੈ ਕਿ ਜੋ ਜੰਮਦਾ ਹੈ ਉਸਨੇ ਮਰਨਾ ਵੀ ਜ਼ਰੂਰ ਹੈ। ਸੋ ਇੱਥੇ ਸਰੀਰਕ ਤੌਰ ਤੇ ਕਿਸੇ ਨੇ ਸਦਾ ਨਹੀਂ ਟਿਕੇ ਰਹਿਣਾ ਜੀ। ਹਰ ਜਪ ਜਾਪ ਰਹਿਣ ਹਰ ਸ਼ਰਣਾ, ਰਹਾਓ। ਹਾਂ, ਪ੍ਰਭੂ ਜੀ ਦੀ ਸਿਫਤ ਸਲਾਹ ਕਰਕੇ ਪ੍ਰਭੂ ਜੀ ਦੀ ਸ਼ਰਨ ਵਿੱਚ ਰਹਿ ਕੇ ਸਦੀਵੀ ਆਤਮਿਕ ਜੀਵਨ ਮਿਲ ਜਾਂਦਾ ਹੈ ਜੀ। ਸਤਿਗੁਰ ਮਿਲੇ ਤਾਂ ਦੁਬਿਧਾ ਭਾਗੈ, ਜੇ ਸਤਿਗੁਰੂ ਜੀ ਮਿਲ ਪਏ ਤਾਂ ਮਨੁੱਖ ਦੀ ਦੁਬਿਧਾ ਦੂਰ ਹੋ ਜਾਂਦੀ ਹੈ ਜੀ। ਕਮਲ ਵਿਗਾਸ ਮਨ ਹਰ ਪ੍ਰਭ ਲਾਗੈ, ਹਿਰਦੇ ਦਾ ਕੌਲ ਫੁੱਲ ਖਿੜ ਕੇ ਉਸ ਦਾ ਮਨ ਪ੍ਰਭੂ ਜੀ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਜੀ। ਜੀਵਤ ਮਰੈ ਮਹਾਰਸ ਆਗੈ,
ਮਨੁੱਖ ਦੁਨੀਆ ਦੀ ਕਿਰਤਕਾਰ ਕਰਦਾ ਹੀ ਮਾਇਆ ਦੇ ਮੋਹ ਤੋਂ ਉੱਚਾ ਰਹਿੰਦਾ ਹੈ। ਉਸ ਨੂੰ ਪ੍ਰਤੱਖ ਤੌਰ 'ਤੇ ਪਰਮਾਤਮਾ ਦੇ ਸਿਮਰਨ ਦਾ ਮਹਾਨੰਦ ਅਨੁਭਵ ਹੁੰਦਾ ਹੈ ਜੀ। ਸਤਿਗੁਰ ਮਿਲੇ ਸਚ ਸੰਜਮ ਸੂਚਾ। ਜੇ ਗੁਰੂ ਮਿਲ ਪਏ ਤਾਂ ਮਨੁੱਖ ਸਿਮਰਨ ਦੀ ਜੁਗਤ ਵਿੱਚ ਰਹਿ ਕੇ ਪਵਿੱਤਰ ਆਤਮਾ ਹੋ ਜਾਂਦਾ ਹੈ ਜੀ। ਗੁਰ ਕੀ ਪੌੜੀ ਉੱਚੋ ਉੱਚਾ। ਗੁਰੂ ਜੀ ਦੀ ਦੱਸੀ ਹੋਈ ਸਿਮਰਨ ਦੀ ਪੌੜੀ ਦਾ ਆਸਰਾ ਲੈ ਕੇ ਆਤਮਿਕ ਜੀਵਨ ਵਿੱਚ ਉੱਚਾ ਹੀ ਉੱਚਾ ਹੁੰਦਾ ਜਾਂਦਾ ਹੈ ਜੀ। ਕਰਮ ਮਿਲੇ ਜਮ ਕਾ ਪਉ ਮੂਚਾ। ਪਰ ਇਹ ਸਿਮਰਨ ਪ੍ਰਭੂ ਜੀ ਦੀ ਮਿਹਰ ਨਾਲ ਮਿਲਦਾ ਹੈ। ਜਿਸ ਨੂੰ ਮਿਲਦਾ ਹੈ ਉਸ ਦਾ ਮੌਤ ਦਾ ਡਰ ਲੈ ਜਾਂਦਾ ਹੈ ਜੀ। ਗੁਰ ਮਿਲਿਆ ਮਿਲ ਅੰਕ ਸਮਾਇਆ। ਜੇ ਗੁਰੂ ਮਿਲ ਪਏ ਤਾਂ ਮਨੁੱਖ ਪ੍ਰਭੂ ਜੀ ਦੀ ਯਾਦ ਵਿੱਚ ਜੁੜ ਕੇ ਪ੍ਰਭੂ ਜੀ ਦੇ ਚਰਨਾਂ ਵਿੱਚ ਲੀਨ ਹੋਇਆ ਰਹਿੰਦਾ ਹੈ ਜੀ। ਕਰ ਕਿਰਪਾ ਕਰ ਮਹਿਲ ਦਿਖਾਇਆ। ਗੁਰੂ ਮਿਹਰ ਕਰਕੇ ਉਸ ਨੂੰ ਉਹ ਆਤਮਿਕ ਅਵਸਥਾ ਵਿਖਾ ਦਿੰਦਾ ਹੈ ਜਿੱਥੇ ਪ੍ਰਭੂ ਜੀ ਦਾ ਮਿਲਾਪ ਹੋਇਆ ਰਹੇ ਜੀ। ਨਾਨਕ ਹਉਮੈ ਮਾਰ ਮਿਲਾਇਆ। ਇਹ ਨਾਨਕ ਉਸ ਮਨੁੱਖ ਦੀ ਹਉਮੈ ਦੂਰ ਕਰਕੇ ਗੁਰੂ ਉਸ ਨੂੰ ਪ੍ਰਭੂ ਨਾਲ ਇੱਕ ਮਿਕ ਕਰ ਦਿੰਦਾ ਹੈ ਜੀ। ਗੌੜੀ ਮਹੱਲਾ ਪਹਿਲਾ। ਗੌੜੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਬਾਣੀ ਹੈ ਜੀ। ਕਿਰਤ ਪਿਆ ਨ ਮਿਟੇ ਕੋਏ। ਜਨਮਾਂ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਸਮੂਹ ਜੋ ਮਨ ਵਿੱਚ ਇਕੱਠਾ ਹੋਇਆ ਪਿਆ ਹੈ, ਕਰਮਾਂ ਦੀ ਰਾਹੀਂ ਕੋਈ ਮਨੁੱਖ ਮਿਟਾ ਨਹੀਂ ਸਕਦਾ ਜੀ। ਕਿਆ ਜਾਣਾ ਕਿਆ ਆਗੇ ਹੋਏ। ਇਸੇ ਤਰ੍ਹਾਂ ਅਗਾਂਹ ਲਈ ਵੀ ਕੀ ਕਰਮ ਧਰਮ ਤੋਂ ਚੰਗੇ ਨਤੀਜੇ ਦੀ ਆਸ ਵਿਅਰਥ ਹੈ। ਕੋਈ ਸਮਝ ਨਹੀਂ ਸਕਦਾ ਕਿ ਆਉਣ ਵਾਲੇ ਜੀਵਨ ਸਮੇਂ ਵਿੱਚ ਕੀ ਵਾਪਰੇਗਾ ਜੀ। ਜੋ ਤਿਸ ਭਾਣਾ ਸੋਈ ਹੂਆ। ਕਰਮਾਂ ਦਾ ਆਸਰਾ ਛੱਡੋ, ਪ੍ਰਭੂ ਜੀ ਦੀ ਰਜ਼ਾ ਵਿੱਚ ਤੁਰਨਾ ਸਿੱਖੋ। ਜਗਤ ਵਿੱਚ ਜੋ ਕੁਝ ਹੋ ਰਿਹਾ ਹੈ ਪਰਮਾਤਮਾ ਦੀ ਰਜ਼ਾ ਵਿੱਚ ਹੀ ਹੋ ਰਿਹਾ ਹੈ ਜੀ। ਅਵਰ ਨ ਕਰਨੇ ਵਾਲਾ ਦੂਆ। ਪ੍ਰਭੂ ਜੀ ਤੋਂ ਬਿਨਾਂ ਹੋਰ ਕੋਈ ਕੁਝ ਕਰਨ ਵਾਲਾ ਨਹੀਂ ਹੈ। ਉਸੇ ਦੀ ਭਗਤੀ ਕਰੋ ਜੀ। ਨਾ ਜਾਣਾ ਕਰਮ ਕੇਵੜ ਤੇਰੀ ਦਾਤ। ਹੇ ਪ੍ਰਭੂ ਜੀ, ਮੈਂ ਆਪਣੇ ਕੀਤੇ ਕਰਮਾਂ ਦੀ ਠੀਕ ਕੀਮਤ ਨਹੀਂ ਜਾਣਦਾ। ਮੈਂ ਉਹਨਾਂ ਨੂੰ ਬਹੁਤ ਮਹੱਤਤਾ ਦਿੰਦਾ ਹਾਂ। ਦੂਜੇ ਪਾਸੇ ਹੇ ਪ੍ਰਭੂ ਜੀ, ਤੇਰੀਆਂ ਬੇਅੰਤ ਦਾਤਾਂ ਮੈਨੂੰ ਮਿਲ ਰਹੀਆਂ ਹਨ, ਉਹਨਾਂ ਨੂੰ ਵੀ ਮੈਂ ਨਹੀਂ ਸਮਝ ਸਕਦਾ। ਇਹ ਖਿਆਲ ਕਰਨਾ ਮੇਰੀ ਭਾਰੀ ਭੁੱਲ ਹੈ ਕਿ ਮੇਰੇ ਕੀਤੇ ਕਰਮ ਅਨੁਸਾਰ ਮੈਨੂੰ ਮਿਲ ਰਿਹਾ ਹੈ। ਇਹ ਤਾਂ ਤੇਰੀ ਨਿਰੋਲ ਮਿਹਰ ਹੀ ਮਿਹਰ ਹੈ ਜੀ। ਕਰਮ ਧਰਮ ਤੇਰੇ ਨਾਮ ਕੀ ਜਾਤ। ਰਹਾਉ। ਤੇਰਾ ਨਾਮ ਹੀ ਮੇਰੀ ਜਾਤ ਹੈ, ਤੇਰਾ ਨਾਮ ਹੀ ਮੇਰਾ ਕਰਮ ਹੈ, ਧਰਮ ਹੈ। ਮੈਨੂੰ ਤੇਰੇ ਨਾਮ ਦੀ ਹੀ ਓਟ ਹੈ। ਨਾ ਮਾਣ ਹੈ ਕਿਸੇ ਕੀਤੇ ਕਰਮ ਧਰਮ ਦਾ, ਨਾ ਕਿਸੇ ਉੱਚੀ ਜਾਤ ਦਾ ਜੀ। ਤੂੰ ਏਵੜ ਦਾਤਾ ਦੇਵਨਹਾਰ। ਹੇ ਪ੍ਰਭੂ ਜੀ, ਤੂੰ ਦਾਤਾਂ ਦੇਣ ਵਾਲਾ ਇਤਨਾ ਵੱਡਾ ਦਾਤਾ ਹੈ। ਭਗਤੀ ਦੀ ਦਾਤ ਵੀ ਤੂੰ ਆਪ ਹੀ ਦਿੰਦਾ ਹੈ ਜੀ। ਤੋਟ ਨਾਹੀਂ ਤੁਧ ਭਗਤ ਭੰਡਾਰ। ਤੇਰੇ ਖਜ਼ਾਨਿਆਂ ਵਿੱਚ ਭਗਤੀ ਦੀ ਦਾਤ ਦੀ ਕੋਈ ਘਾਟ ਨਹੀਂ ਹੈ ਜੀ। ਕੀਆ ਗਰਭ ਨਾ ਆਵੈ ਰਾਸ। ਆਪਣੇ ਕਿਸੇ ਚੰਗੇ ਆਚਰਨ ਬਾਰੇ ਮਨੁੱਖ ਦਾ ਕੀਤਾ ਹੋਇਆ ਅਹੰਕਾਰ ਕੁਝ ਸਵਾਰ ਨਹੀਂ ਸਕਦਾ। ਮਨੁੱਖ ਦੀ ਜਿੰਦ ਤੇ ਸਰੀਰ ਸਭ ਕੁਝ ਤੇਰੇ ਹੀ ਆਸਰੇ ਹੈ ਜੀ। ਜੀਓ ਪਿੰਡ ਸਭ ਤੇਰੇ ਪਾਸ। ਜਿਵੇਂ ਤੂੰ ਸਰੀਰ ਦੀ ਪਰਵਿਸ਼ ਲਈ ਰੋਜੀ ਦਿੰਦਾ ਹੈ, ਤਿਵੇਂ ਜਿੰਦ ਨੂੰ ਵੀ ਭਗਤੀ ਦੀ ਖੁਰਾਕ ਦੇਣ ਵਾਲਾ ਤੂੰ ਹੀ ਤੂੰ ਹੈ ਜੀ। ਤੂੰ ਮਾਰਜ ਬਲ ਹੈ ਬਖਸ਼ ਮਿਲਾਏ। ਹੇ ਪ੍ਰਭੂ ਜੀ, ਤੂੰ ਆਪ ਹੀ ਮੈਨੂੰ ਗੁਰੂ ਦੀ ਮੱਤ ਦੇ ਕੇ ਮੇਰੇ ਉੱਤੇ ਮਿਹਰ ਕਰਕੇ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਕੇ ਮੇਰਾ ਆਪਾ ਭਾਵ ਮਾਰ ਕੇ ਜੀ। ਜਿਉਂ ਭਾਵੀ ਤਿਉਂ ਨਾਮ ਜਪਾਏ। ਤੇ ਜਿਵੇਂ ਤੈਨੂੰ ਭਾਉਂਦਾ ਹੈ ਮੈਨੂੰ ਆਪਣਾ ਨਾਮ ਜਪਾ ਕੇ ਮੈਨੂੰ ਆਤਮਿਕ ਜੀਵਨ ਦਿੰਦਾ ਹੈ ਜੀ। ਤੂੰ ਦਾਨਾ ਬਿਨਾ ਸਾਚਾ ਸਿਰ ਮੇਰਾ। ਤੂੰ ਮੇਰੇ ਦਿਲ ਦੀ ਜਾਣਦਾ ਹੈ, ਤੂੰ ਮੇਰੀ ਹਾਲਤ ਦੇਖਦਾ ਹੈ, ਤੂੰ ਮੇਰੇ ਸਿਰ ਉੱਤੇ ਰਾਖਾ ਹੈ ਜੀ। ਗੁਰਮਤਿ ਦੇ ਭਰੋਸਾ ਤੇਰਾ। ਮੈਂ ਸਦਾ ਤੇਰੇ ਹੀ ਆਸਰੇ ਹਾਂ। ਮੈਨੂੰ ਆਪਣੇ ਕਿਸੇ ਕਰਮਾਂ ਦਾ ਆਸਰਾ ਨਹੀਂ ਹੈ ਜੀ। ਤਨ ਮਹਿ ਮੈਲ ਨਾਹੀ ਮਨ ਰਾਤਾ। ਹੇ ਪ੍ਰਭੂ ਜੀ, ਜਿਨ੍ਹਾਂ ਦਾ ਮਨ ਤੇਰੇ ਪਿਆਰ ਵਿੱਚ ਰੰਗਿਆ ਹੋਇਆ ਹੈ, ਉਹਨਾਂ ਦੇ ਸਰੀਰ ਵਿੱਚ ਵਿਕਾਰਾਂ ਦੀ ਮੈਲ ਨਹੀਂ ਹੈ ਜੀ।
ਗੁਰਬਚਨੀ ਸੱਚ ਸ਼ਬਦ ਪਛਾਤਾ। ਗੁਰੂ ਜੀ ਦੇ ਬਚਨਾਂ ਉੱਤੇ ਤੁਰ ਕੇ, ਗੁਰੂ ਜੀ ਦੇ ਸ਼ਬਦ ਵਿੱਚ ਜੁੜ ਕੇ ਉਹਨਾਂ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ, ਤੇਰੇ ਨਾਲ ਸਾਂਝ ਪਾ ਲਈ ਹੈ ਜੀ। ਤੇਰਾ ਤਾਣ ਨਾਮ ਕੀ ਵਡਿਆਈ। ਕਰਮਾਂ ਦਾ ਆਸਰਾ ਲੈਣ ਦੇ ਥਾਂ ਉਹਨਾਂ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ, ਉਹ ਸਦਾ ਤੇਰੇ ਨਾਮ ਦੀ ਵਡਿਆਈ ਕਰਦੇ ਹਨ ਜੀ। ਨਾਨਕ ਰਹਿਣਾ ਭਗਤ ਸ਼ਰਨਾਈ। ਹੇ ਨਾਨਕ, ਉਹ ਮਨੁੱਖ ਪ੍ਰਭੂ ਜੀ ਦੀ ਭਗਤੀ ਵਿੱਚ ਰਤੇ ਰਹਿੰਦੇ ਹਨ, ਉਹ ਪ੍ਰਭੂ ਜੀ ਦੀ ਸ਼ਰਨ ਰਹਿੰਦੇ ਹਨ ਜੀ। ਗੌੜੀ ਮਹੱਲਾ ਪਹਿਲਾ। ਗੌੜੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਅੱਗੇ ਬਖਸ਼ਿਸ਼ ਕਰ ਰਹੇ ਨੇ ਜੀ। ਜਿਨ ਅਕਥ ਕਹਾਇਆ ਅਪਿਓ ਪੀ ਆਇਆ। ਗੁਰੂ ਜੀ ਦੇ ਸ਼ਬਦ ਵਿੱਚ ਜੁੜ ਕੇ ਜਿਸ ਮਨੁੱਖ ਨੇ ਅਕਥ ਪ੍ਰਭੂ ਜੀ ਨੂੰ ਆਪ ਸਿਮਰਿਆ ਹੈ ਤੇ ਹੋਰਨਾਂ ਨੂੰ ਸਿਮਰਨ ਲਈ ਪ੍ਰੇਰਿਆ ਹੈ, ਉਸਨੇ ਆਪ ਨਾਮ ਅੰਮ੍ਰਿਤ ਪੀਤਾ ਹੈ ਤੇ ਹੋਰਨਾਂ ਨੂੰ ਪਿਲਾਇਆ ਹੈ ਜੀ। ਅੰਨ ਪੈ ਬਿਸਰੇ ਨਾਮ ਸਮਾਇਆ। ਉਸ ਨੂੰ ਦੁਨੀਆ ਵਾਲੇ ਹੋਰ ਸਾਰੇ ਸਹਿਮ ਭੁੱਲ ਜਾਂਦੇ ਹਨ, ਕਿਉਂਕਿ ਉਹ ਸਦਾ ਪ੍ਰਭੂ ਜੀ ਦੇ ਨਾਮ ਵਿੱਚ ਲੀਨ ਰਹਿੰਦਾ ਹੈ ਜੀ। ਕਿਆ ਡਰੀਐ ਡਰ ਡਰੇ ਸਮਾਨਾ। ਉਹ ਦੁਨੀਆ ਦੇ ਝਮੇਲਿਆਂ ਵਿੱਚ ਸਹਿਮਦਾ ਨਹੀਂ, ਉਸਦਾ ਦੁਨੀਆ ਵਾਲਾ ਸਹਿਮ ਪ੍ਰਮਾਤਮਾ ਵਾਸਤੇ ਉਸਦੇ ਹਿਰਦੇ ਵਿੱਚ ਟਿਕੇ ਹੋਏ ਡਰ ਅਦਬ ਵਿੱਚ ਮੁੱਕ ਜਾਂਦਾ ਹੈ ਜੀ। ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾਉ। ਜਿਸ ਮਨੁੱਖ ਨੇ ਪੂਰੇ ਗੁਰੂ ਜੀ ਦੇ ਸ਼ਬਦ ਵਿੱਚ ਜੁੜ ਕੇ ਪਰਮਾਤਮਾ ਜੀ ਨਾਲ ਜਾਣ ਪਛਾਣ ਪਾ ਲਈ ਹੈ ਜੀ। ਜਿਸ ਨਰ ਰਾਮ ਰਿਦੇ ਹਰ ਰਾਸ, ਸਹਿਜ ਸੁਭਾਏ ਮਿਲੇ ਸ਼ਾਬਾਸ਼। ਜਿਸ ਮਨੁੱਖ ਦੇ ਹਿਰਦੇ ਵਿੱਚ ਹਰੀ ਪਰਮਾਤਮਾ ਦਾ ਨਾਮ ਰਾਸ ਪੂੰਜੀ ਹੈ, ਉਹ ਮਾਇਆ ਦੀ ਖਾਤਰ ਨਹੀਂ ਡੋਲਦਾ, ਉਹ ਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ, ਉਹ ਪ੍ਰਭੂ ਜੀ ਦੇ ਪਿਆਰ ਵਿੱਚ ਜੁੜਿਆ ਰਹਿੰਦਾ ਹੈ, ਉਸ ਨੂੰ ਪ੍ਰਭੂ ਜੀ ਦੇ ਦਰ ਤੋਂ ਆਦਰ ਮਿਲਦਾ ਹੈ ਜੀ। ਜਾਹੇ ਸਵਾਰੇ ਸਾਂਝ ਬਿਆਲ। ਪਰ ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਹਰ ਵੇਲੇ ਸਵੇਰ ਸ਼ਾਮ ਮਾਇਆ ਦੀ ਨੀਂਦ ਵਿੱਚ ਹੀ ਸੁੱਤੇ ਰੱਖਦਾ ਹੈ ਜੀ। ਇਤ ਉਤ ਮਨਮੁਖ ਬਾਧੇ ਕਾਲ। ਉਹ ਸਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਲੋਕ ਪਰਲੋਕ ਵਿੱਚ ਹੀ ਮੌਤ ਦੇ ਸਹਿਮ ਨਾਲ ਬੱਝੇ ਰਹਿੰਦੇ ਹਨ। ਜਿਤਨਾ ਚਿਰ ਇੱਥੇ ਹਨ, ਮੌਤ ਦਾ ਸਹਿਮ ਉਹਨਾਂ ਦੇ ਸਿਰ ਉੱਤੇ ਸਵਾਰ ਰਹਿੰਦਾ ਹੈ। ਇਸ ਤੋਂ ਪਿੱਛੋਂ ਵੀ ਜਨਮ ਮਰਨ ਦੇ ਗੇੜ ਵਿੱਚ ਧੱਕੇ ਖਾਂਦੇ ਹਨ ਜੀ। ਨਿਸ ਰਾਮ ਰਿਦੇ ਸੇ ਪੂਰੇ। ਹੇ ਨਾਨਕ, ਜਿਨ੍ਹਾਂ ਦੇ ਹਿਰਦੇ ਵਿੱਚ ਦਿਨ ਰਾਤ ਹਰ ਵੇਲੇ ਪਰਮਾਤਮਾ ਜੀ ਵਸਦਾ ਹੈ, ਉਹ ਪੂਰਨ ਮਨੁੱਖ ਹਨ, ਉਹ ਡੋਲਦੇ ਨਹੀਂ ਹਨ ਜੀ। ਨਾਨਕ ਰਾਮ ਮਿਲੇ ਭਰਮ ਦੂਰੇ। ਜਿਨ੍ਹਾਂ ਨੂੰ ਪਰਮਾਤਮਾ ਮਿਲ ਪਿਆ, ਉਹਨਾਂ ਦੀਆਂ ਸਭ ਭਟਕਣਾ ਮੁੱਕ ਜਾਂਦੀਆਂ ਹਨ ਜੀ। ਗੌੜੀ ਮਹੱਲਾ ਪਹਿਲਾ। ਗੌੜੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਜਨਮ ਮਰੇ ਤ੍ਰੈ ਗੁਣ ਹਿਤਕਾਰ। ਚਾਰੇ ਵੇਦ ਜਿਸ ਤ੍ਰੈ ਗੁਣੀ ਸੰਸਾਰ ਦਾ ਜ਼ਿਕਰ ਕਰਦੇ ਹਨ, ਜੋ ਮਨੁੱਖ ਪ੍ਰਭੂ ਭਗਤੀ ਤੋਂ ਸਖਣਾ ਹੈ ਤੇ ਉਸੇ ਤ੍ਰੈ ਗੁਣੀ ਸੰਸਾਰ ਨਾਲ ਹੀ ਹਿਤ ਕਰਦਾ ਹੈ ਜੀ। ਚਾਰੇ ਵੇਦ ਕਥੇ ਆਕਾਰ। ਉਹ ਜੰਮਦਾ ਮਰਦਾ ਰਹਿੰਦਾ ਹੈ, ਉਹ ਜਨਮ ਮਰਨ ਦੀ ਘੁੰਮਣ ਘੇਰੀ ਵਿੱਚ ਪਿਆ ਰਹਿੰਦਾ ਹੈ ਜੀ। ਤੀਨ ਅਵਸਥਾ ਕਹੇ ਵਖਿਆਨ। ਅਜਿਹੇ ਮਨੁੱਖ ਜੋ ਵੀ ਵਿਆਖਿਆ ਕਰਦੇ ਹਨ, ਮਨ ਦੀਆਂ ਤਿੰਨਾਂ ਅਵਸਥਾ ਦਾ ਹੀ ਜ਼ਿਕਰ ਕਰਦੇ ਹਨ ਜੀ। ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ। ਜਿਸ ਅਵਸਥਾ ਵਿੱਚ ਜੀਵ ਆਤਮਾ ਪਰਮਾਤਮਾ ਨਾਲ ਇੱਕ ਰੂਪ ਹੋ ਜਾਂਦਾ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਜੀ ਦੀ ਸ਼ਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਜਾਣ ਪਛਾਣ ਪਾ ਲਵੋ, ਇਹ ਹੈ ਤੁਰੀਆ ਅਵਸਥਾ ਜੀ। ਰਾਮ ਭਗਤ ਗੁਰ ਸੇਵਾ ਤਰਨਾ। ਜਨਮ ਮਰਨ ਦਾ ਗੇੜ ਮਾਨੋ ਇੱਕ ਘੁੰਮਣ ਘੇਰੀ ਹੈ। ਇਸ ਵਿੱਚੋਂ ਪਰਮਾਤਮਾ ਜੀ ਦੀ ਭਗਤੀ ਅਤੇ ਗੁਰੂ ਜੀ ਦੀ ਦੱਸੀ ਹੋਈ ਕਾਰ ਕਰਕੇ ਪਾਰ ਲੰਘ ਜਾਈਦਾ ਹੈ ਜੀ। ਬਾਹੁੜ ਜਨਮ ਨਾ ਹੋਏ ਹੈ ਮਰਨਾ ਰਹਾਉ। ਜਿਹੜਾ ਲੰਘ ਜਾਂਦਾ ਹੈ, ਉਸ ਨੂੰ ਮੁੜ ਨਾ ਜਨਮ ਹੁੰਦਾ ਹੈ ਨਾ ਮੌਤ। ਉਸ ਅਵਸਥਾ ਨੂੰ ਤੁਰੀਆ ਅਵਸਥਾ ਕਹਿ ਲਵੋ ਜੀ। ਚਾਰ ਪਦਾਰਥ ਕਹੇ ਸਭ ਕੋਈ। ਹਰੇਕ ਜੀਵ ਧਰਮ, ਅਰਥ, ਕਾਮ, ਮੋਖ, ਮੁਕਤੀ, ਇਹਨਾਂ ਚਾਰ ਪਦਾਰਥਾਂ ਦਾ ਜ਼ਿਕਰ ਤਾਂ ਕਰਦਾ ਹੈ ਜੀ। ਸਿਮਰਤ ਸ਼ਾਸਤ ਪੰਡਿਤ ਮੁਖ ਸੋਈ।
ਸਿਮਰਤੀਆਂ ਸ਼ਾਸਤਰਾਂ ਦੇ ਪੰਡਤਾਂ ਦੇ ਮੂੰਹੋਂ ਵੀ ਇਹੀ ਸੁਣੀਦਾ ਹੈ ਜੀ। ਬਿਨ ਗੁਰ ਅਰਥ ਵਿਚਾਰ ਨਾ ਪਾਇਆ। ਪਰ ਮੁਕਤ ਪਦਾਰਥ ਕੀ ਹੈ? ਉਹ ਅਵਸਥਾ ਕਿਹੋ ਜਿਹੀ ਹੈ ਜਿੱਥੇ ਜੀਵ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਨਿਰਲੇਪ ਹੋ ਜਾਂਦਾ ਹੈ। ਗੁਰੂ ਜੀ ਦੀ ਸ਼ਰਨ ਪੈਣ ਤੋਂ ਬਿਨਾਂ ਇਸ ਦਾ ਅਨੁਭਵ ਨਹੀਂ ਹੋ ਸਕਦਾ ਜੀ। ਮੁਕਤ ਪਦਾਰਥ ਭਗਤ ਹਰ ਪਾਇਆ। ਇਹ ਪਦਾਰਥ ਪਰਮਾਤਮਾ ਜੀ ਦੀ ਭਗਤੀ ਕੀਤਿਆਂ ਮਿਲਦਾ ਹੈ ਜੀ। ਜਾਂ ਕਾ ਹਿਰਦੈ ਬਸਿਆ ਹਰ ਸੋਈ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਜੀ ਆ ਵਸਦਾ ਹੈ ਜੀ। ਗੁਰਮੁਖ ਭਗਤ ਪ੍ਰਾਪਤ ਹੋਈ। ਉਸ ਨੂੰ ਭਗਤੀ ਦੀ ਪ੍ਰਾਪਤੀ ਹੋ ਗਈ ਤੇ ਇਹ ਭਗਤੀ ਗੁਰੂ ਦੀ ਰਾਹੀਂ ਹੀ ਮਿਲਦੀ ਹੈ ਜੀ। ਹਰ ਕੀ ਭਗਤ ਮੁਕਤ ਆਨੰਦ। ਪਰਮਾਤਮਾ ਜੀ ਦੀ ਭਗਤੀ ਦੀ ਰਾਹੀਂ ਹੀ ਮੁਕਤੀ ਪਦਾਰਥ ਦਾ ਆਨੰਦ ਮਾਣੀਦਾ ਹੈ ਜੀ। ਗੁਰਮਤਿ ਪਾਏ ਪਰਮਾਨੰਦ। ਇਹ ਉੱਚੇ ਤੋਂ ਉੱਚਾ ਆਨੰਦ ਗੁਰੂ ਦੀ ਸਿੱਖਿਆ 'ਤੇ ਤੁਰਿਆ ਮਿਲਦਾ ਹੈ ਜੀ। ਜਿਨ ਪਾਇਆ ਗੁਰ ਦੇਖ ਦਿਖਾਇਆ। ਜਿਸ ਮਨੁੱਖ ਨੇ ਮੁਕਤੀ ਦਾ ਆਨੰਦ ਹਾਸਲ ਕਰ ਲਿਆ ਹੈ, ਗੁਰੂ ਜੀ ਨੇ ਪ੍ਰਭੂ ਜੀ ਆਪ ਦੇਖ ਕੇ ਜਿਸ ਮਨੁੱਖ ਨੂੰ ਉਹ ਪਰਮਾਤਮਾ ਦਿਖਾ ਦਿੱਤਾ ਹੈ ਜੀ। ਆਸਾ ਮਾਹੇ ਨਿਰਾਸ ਬੁਝਾਇਆ। ਉਸ ਨੂੰ ਦੁਨੀਆ ਦੀਆਂ ਆਸਾਂ ਦੇ ਅੰਦਰ ਰਹਿੰਦਿਆਂ ਹੀ ਆਸਾਂ ਤੋਂ ਉਪਰਾਮ ਰਹਿਣ ਦੀ ਜਾਚ ਗੁਰੂ ਸਿਖਾ ਦਿੰਦਾ ਹੈ ਜੀ। ਦੀਨਾਨਾਥ ਸਰਬ ਸੁਖ ਦਾਤਾ। ਸਰਬ ਸੁਖ ਦਾਤਾ ਦੀਨਾਨਾਥ ਜਿਸ ਨੂੰ ਗੁਰੂ ਨੇ ਦਿਖਾ ਦਿੱਤਾ ਹੈ ਜੀ। ਨਾਨਕ ਹਰ ਚਰਣੀ ਮਨ ਰਾਤਾ। ਇਹ ਨਾਨਕ ਉਸ ਮਨੁੱਖ ਦਾ ਮਨ ਪ੍ਰਭੂ ਚਰਨਾਂ ਦੇ ਪਿਆਰ ਵਿੱਚ ਰੰਗਿਆ ਰਹਿੰਦਾ ਹੈ ਜੀ। ਗੌੜੀ ਚੇਤੀ ਮਹੱਲਾ ਪਹਿਲਾ। ਗੌੜੀ ਚੇਤੀ ਮਹੱਲੇ ਪਹਿਲੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਇਹ ਬਾਣੀ ਹੈ ਜੀ। ਅੰਮ੍ਰਿਤ ਕਾਇਆ ਰਹੇ ਸੁਖਾਲੀ। ਬਾਜੀ ਇਹ ਸੰਸਾਰੋ। ਇਹ ਸਰੀਰ ਆਪਣੇ ਆਪ ਨੂੰ ਅੰਮ੍ਰਿਤ ਜਾਣ ਕੇ ਸੁੱਖ ਮੰਨਣ ਵਿੱਚ ਹੀ ਲੱਗਾ ਰਹਿੰਦਾ ਹੈ। ਭਾਵ ਨਹੀਂ ਸਮਝਦਾ ਕਿ ਇਹ ਜਗਤ ਇੱਕ ਖੇਡ ਹੀ ਹੈ ਜੀ। ਲੱਭ ਲੋਭ ਮੁਚ ਕੂੜ ਕਮਾਵੈ। ਬਹੁਤ ਠਾਵ ਹੈ ਭਾਰੂ। ਇਹ ਮੇਰੇ ਸਰੀਰ ਤੂੰ ਲੱਭ ਲੋਭ ਕਰ ਰਿਹਾ ਹੈ। ਤੂੰ ਬਹੁਤ ਕੂੜ ਕਮਾ ਰਿਹਾ ਹੈ। ਵਿਅਰਥ ਦੌੜ ਭੱਜ ਹੀ ਕਰ ਰਿਹਾ ਹੈ। ਤੂੰ ਆਪਣੇ ਉੱਤੇ ਲੱਭ ਲੋਭ ਕੂੜ ਆਦਿਕ ਦੇ ਅਸਰ ਹੇਠ ਕੀਤੇ ਮਾੜੇ ਕੰਮਾਂ ਦਾ ਭਾਰ ਚੁੱਕਦਾ ਜਾ ਰਿਹਾ ਹੈ ਜੀ। ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਤਰ ਉੱਪਰ ਇਸ਼ਾਰੋ। ਹੇ ਮੇਰੇ ਸਰੀਰ, ਮੈਂ ਤੇਰੇ ਵਰਗੇ ਇਉਂ ਰੁਲਦੇ ਦੇਖੇ ਹਨ ਜਿਵੇਂ ਧਰਤੀ ਉੱਤੇ ਸੁਆਹ ਹੈ ਜੀ। ਸੁਣ ਸੁਣ ਸਿੱਖ ਹਮਾਰੀ। ਹੇ ਮੇਰੀ ਜਿੰਦੇ, ਮੇਰੀ ਸਿੱਖਿਆ ਧਿਆਨ ਨਾਲ ਸੁਣ ਜੀ। ਸੋ ਕ੍ਰਿਤ ਕੀਤਾ ਰਹਸੀ ਮੇਰੇ ਜਿਹੜੇ। ਬਹੁੜ ਨਾ ਆਵੇ ਬਾਰੀ। ਰਹਾਓ, ਕੀਤੀ ਹੋਈ ਨੇਕ ਕਮਾਈ ਹੀ ਤੇਰੇ ਨਾਲ ਨਿਵੇਗੀ। ਜੇ ਇਹ ਮਨੁੱਖਾ ਜਨਮ ਗਵਾ ਲਿਆ ਤਾਂ ਮੁੜ ਛੇਤੀ ਵਾਰੀ ਨਹੀਂ ਮਿਲੇਗੀ ਜੀ। ਹੁਣ ਤੁਧ ਆਖਾਂ ਮੇਰੀ ਕਾਇਆ। ਤੂੰ ਸੁਣ ਸਿੱਖ ਹਮਾਰੀ। ਹੇ ਮੇਰੇ ਸਰੀਰ, ਮੈਂ ਤੈਨੂੰ ਸਮਝਾਉਂਦਾ ਹਾਂ, ਮੇਰੀ ਨਸੀਹਤ ਸੁਣ ਜੀ। ਨਿੰਦਾ ਚਿੰਦਾ ਕਰਹਿ ਪਰਾਈ। ਝੂਠੀ ਲਾਏ ਤਵਾਰੀ। ਤੂੰ ਪਰਾਈ ਨਿੰਦਿਆ ਦਾ ਧਿਆਨ ਰੱਖਦਾ ਹੈ। ਤੂੰ ਹੋਰਨਾਂ ਦੀ ਝੂਠੀ ਚੁਗਲੀ ਕਰਦਾ ਰਹਿੰਦਾ ਹੈ ਜੀ। ਵੇਲ ਪਰਾਈ ਜੋਹੇ ਜਿਅੜੇ। ਕਰਹਿ ਚੋਰੀ ਬੁਰਿਆਰੀ। ਹੇ ਜੀਵ, ਤੂੰ ਪਰਾਈ ਇਸਤਰੀ ਨੂੰ ਭੈੜੀ ਨਿਗਾਹ ਨਾਲ ਤੱਕਦਾ ਹੈ। ਤੂੰ ਚੋਰੀਆਂ ਕਰਦਾ ਹੈ, ਹੋਰ ਬੁਰਾਈਆਂ ਕਰਦਾ ਹੈ ਜੀ। ਹੰਸ ਚੱਲਿਆ ਤੂੰ ਪਿੱਛੇ ਰਹੀ ਹੈ। ਛੁੱਟੜ ਹੋਈ ਹੈ ਨਾਰੀ। ਹੇ ਮੇਰੀ ਕਾਇਆ, ਜਦੋਂ ਜੀਵ ਆਤਮਾ ਤੁਰ ਜਾਏਗਾ ਤੂੰ ਇੱਥੇ ਹੀ ਰਹਿ ਜਾਏਗੀ। ਤੂੰ ਤਦੋਂ ਛੁੱਟੜ ਇਸਤਰੀ ਵਾਂਗ ਹੋ ਜਾਏਗੀ ਜੀ। ਤੂੰ ਕਾਇਆ ਰਹੀ ਐ ਸੁਪਨੰਤਰ। ਤੁਧ ਕਿਆ ਕਰਮ ਕਮਾਇਆ। ਹੇ ਮੇਰੇ ਸਰੀਰ, ਤੂੰ ਮਾਇਆ ਦੀ ਨੀਂਦ ਵਿੱਚ ਹੀ ਸੁੱਤਾ ਰਿਹਾ। ਤੈਨੂੰ ਸਮਝ ਹੀ ਨਾ ਆਈ ਕਿ ਤੂੰ ਕੀ ਕਰਤੂਤਾਂ ਕਰਦਾ ਰਿਹਾ ਜੀ। ਕਰ ਚੋਰੀ ਮੈਂ ਜਾਂ ਕਿਛ ਲਿਆ। ਤਾਂ ਮਨ ਭਲਾ ਪਾਇਆ। ਚੋਰੀ ਆਦਿਕ ਕਰਕੇ ਜੋ ਮਾਲ ਧਨ ਮੈਂ ਲਿਆਉਂਦਾ ਰਿਹਾ, ਤੈਨੂੰ ਇਹ ਮਨ ਵਿੱਚ ਪਸੰਦ ਆਉਂਦਾ ਰਿਹਾ ਜੀ। ਹਲਤ ਨਾ ਸ਼ੋਭਾ ਪਲਤ ਨਾ ਟੋਈ। ਐਲਾ ਜਨਮ ਗਵਾਇਆ। ਇਸ ਤਰ੍ਹਾਂ ਨਾ ਇਸ ਲੋਕ ਵਿੱਚ ਸ਼ੋਭਾ ਖੱਟੀ, ਨਾ ਪਰਲੋਕ ਵਿੱਚ ਆਸਰਾ ਮਿਲਣ ਦਾ ਪ੍ਰਬੰਧ ਹੋਇਆ। ਕੀਮਤੀ ਮਨੁੱਖਾ ਜਨਮ ਜਾਇਆ ਕਰ ਲਿਆ ਜੀ।
ਹੂੰ ਖਰੀ ਦੁਹੇਲੀ ਹੋਈ, ਬਾਬਾ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ। ਰਹਾਉ। ਹੇ ਭਾਈ, ਜੀਵ ਆਤਮਾ ਦੇ ਤੁਰ ਜਾਣ ਤੇ ਹੁਣ ਮੈਂ ਕਾਇਆ ਬਹੁਤ ਦੁਖੀ ਹੋਈ ਹਾਂ। ਹੇ ਨਾਨਕ, ਮੇਰੀ ਹੁਣ ਕੋਈ ਬਾਤ ਨਹੀਂ ਪੁੱਛਦਾ ਜੀ। ਤਾਜੀ ਤੁਰ ਕੀ ਸੋਇਨਾ ਰੂਪਾ, ਕੱਪੜ ਕੇਰੇ ਭਾਰਾ। ਨਾਨਕ ਆਖਦਾ ਹੈ ਕਿ ਹੇ ਮੂਰਖ, ਵਧੀਆ ਘੋੜੇ ਸੋਨਾ ਚਾਂਦੀ ਕੱਪੜਿਆਂ ਦੇ ਲੱਦ ਜੀ। ਕਿਸੀ ਨਾਲ ਨਾ ਚੱਲੇ ਨਾਨਕ, ਚੜ ਚੜ ਪਏ ਗਵਾਰਾ। ਕੋਈ ਵੀ ਸ਼ੈ ਮੌਤ ਵੇਲੇ ਕਿਸੇ ਦੇ ਨਾਲ ਨਹੀਂ ਜਾਂਦੀ, ਸਭ ਇੱਥੇ ਹੀ ਰਹਿ ਜਾਂਦੇ ਹਨ ਜੀ। ਕੂਜਾ ਮੇਵਾ ਮੈਂ ਸਭ ਕੁਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਹਾਰਾ। ਮਿਸ਼ਰੀ ਮੇਵੇ ਆਦਿਕ ਵੀ ਮੈਂ ਸਭ ਕੁਝ ਚੱਖ ਕੇ ਦੇਖ ਲਿਆ ਹੈ, ਇਹਨਾਂ ਵਿੱਚ ਵੀ ਇਤਨਾ ਸਵਾਦ ਨਹੀਂ ਜਿਤਨਾ ਹੈ ਪ੍ਰਭੂ ਜੀ ਤੇਰਾ ਨਾਮ ਮਿੱਠਾ ਹੈ ਜੀ। ਦੇ ਦੇ ਨੀਵ ਦੀਵਾਲ ਉਸਾਰੀ, ਪਸਮੰਦਰ ਕੀ ਢੇਰੀ। ਨੀਹਾਂ ਰੱਖ ਰੱਖ ਕੇ ਮਕਾਨਾਂ ਦੀਆਂ ਕੰਧਾਂ ਉਸਾਰੀਆਂ, ਪਰ ਮੌਤ ਆਇਆ ਇਹ ਸਵਾਹ ਦੇ ਮੰਦਰਾਂ ਦੀ ਢੇਰੀ ਵਾਂਗ ਹੀ ਹੋ ਗਏ ਜੀ। ਸੰਚੇ ਸੰਚ ਨਾ ਦੇਈ ਕਿਸ ਹੀ, ਅੰਧ ਜਾਣੇ ਸਭ ਮੇਰੀ। ਮਾਇਆ ਦੇ ਖਜ਼ਾਨੇ ਇਕੱਠੇ ਕੀਤੇ ਕਿਸੇ ਨੂੰ ਹੱਥੋਂ ਨਹੀਂ ਦਿੰਦਾ। ਮੂਰਖ ਸਮਝਦਾ ਹੈ ਕਿ ਇਹ ਸਭ ਕੁਝ ਮੇਰਾ ਹੈ ਜੀ। ਸੋਇਨ ਲੰਕਾ ਸੋਇਨ ਮਾੜੀ, ਸੰਪੈ ਕਿਸੇ ਨਾ ਕੇਰੀ। ਪਰ ਇਹ ਨਹੀਂ ਜਾਣਦਾ ਕਿ ਸੋਨੇ ਦੀ ਲੰਕਾ, ਸੋਨੇ ਦੇ ਮਹਿਲ ਰਾਵਣ ਦੇ ਵੀ ਨਾ ਰਹੇ। ਤੂੰ ਕਿਸ ਦਾ ਵਿਚਾਰਾ ਹੈ? ਇਹ ਧਨ ਕਿਸੇ ਦਾ ਵੀ ਨਹੀਂ ਬਣਿਆ ਰਹਿੰਦਾ ਜੀ। ਸੁਣ ਮੂਰਖ ਮਨ ਅਜਾਣਾ, ਹੇ ਮੂਰਖ ਅਜਾਣ ਮਨ ਤੂੰ ਸੁਣ ਜੀ। ਹੋਗ ਤਿਸੈ ਕਾ ਭਾਣਾ, ਰਹਾਉ। ਉਸ ਪਰਮਾਤਮਾ ਜੀ ਦੀ ਰਜਾ ਹੀ ਵਰਤੇਗੀ। ਲੋਭ ਆਦਿਕ ਛੱਡ ਕੇ ਉਸ ਦੀ ਰਜਾ ਵਿੱਚ ਤੁਰਨਾ ਸਿੱਖ ਜੀ। ਸ਼ਾਹੋ ਹਮਾਰਾ ਠਾਕੁਰ ਉਪਾਰਾ, ਹਮ ਤਿਸਕੇ ਵਣਜਾਰੇ। ਸਾਡਾ ਮਾਲਕ ਪ੍ਰਭੂ ਵੱਡਾ ਸ਼ਾਹੂਕਾਰ ਹੈ, ਅਸੀਂ ਸਾਰੇ ਜੀਵ ਉਸ ਦੇ ਭੇਜੇ ਹੋਏ ਵਣਜਾਰੇ ਵਪਾਰੀ ਹਾਂ। ਇੱਥੇ ਨਾਮ ਵਪਾਰ ਕਰਨ ਆਏ ਹੋਏ ਹਾਂ ਜੀ। ਜੀਓ ਪਿੰਡ ਸਭ ਰਾਸ ਤਿਸੈ ਕੀ, ਮਾਰ ਆਪੇ ਜੀਵਾਲੇ। ਇਹ ਜਿੰਦ, ਇਹ ਸਰੀਰ ਉਸੇ ਸ਼ਾਹ ਦੀ ਦਿੱਤੀ ਹੋਈ ਰਾਸ ਪੂੰਜੀ ਹੈ। ਉਹ ਆਪ ਹੀ ਮਾਰਦਾ ਹੈ, ਆਪ ਹੀ ਜਿੰਦ ਦਿੰਦਾ ਹੈ ਜੀ। ਗੌੜੀ ਚੇਤੀ ਮਹੱਲਾ ਪਹਿਲਾ। ਗੌੜੀ ਚੇਤੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਬਾਣੀ ਹੈ ਜੀ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਵਾਰ ਮਨਾ। ਹੇ ਮੇਰੇ ਮਨ, ਮੇਰੇ ਬੈਰੀ ਕਾਮਾਦਾਇਕ ਪੰਜ ਹਨ, ਮੈਂ ਇਕੱਲਾ ਹਾਂ। ਮੈਂ ਇਹਨਾਂ ਤੋਂ ਸਾਰਾ ਘਰ ਭਾਵ ਭਲੇ ਗੁਣ ਕਿਵੇਂ ਬਚਾਵਾਂ ਜੀ। ਮਾਰਹੇ ਲੂਟੇ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਹੇ ਭਾਈ, ਇਹ ਪੰਜੇ ਮੈਨੂੰ ਨਿਤ ਮਾਰਦੇ ਤੇ ਲੁੱਟਦੇ ਰਹਿੰਦੇ ਹਨ, ਮੈਂ ਕਿਸ ਦੇ ਪਾਸ ਸ਼ਿਕਾਇਤ ਕਰਾਂ ਜੀ। ਸ੍ਰੀ ਰਾਮ ਨਾਮਾ ਉਚਿਰ ਮਨਾ। ਹੇ ਮੇਰੇ ਮਨ, ਪਰਮਾਤਮਾ ਜੀ ਦਾ ਨਾਮ ਸਿਮਰ ਜੀ। ਆਗੇ ਜਮ ਦਲ ਬਿਕਮ ਕਨਾ, ਰਹਾਉ। ਸਾਹਮਣੇ ਜਮ ਰਾਜ ਦੀ ਭਾਰੀ ਤਕੜੀ ਫੌਜ ਦਿਸ ਰਹੀ ਹੈ, ਭਾਵ ਮੌਤ ਆਉਣ ਵਾਲੀ ਹੈ ਜੀ। ਉਸਾਰ ਮੜੋਲੀ ਰਾਖੇ ਦੁਆਰਾ, ਪੀਤਰ ਬੈਠੀ ਸਾਹ ਧਨਾ। ਪਰਮਾਤਮਾ ਜੀ ਨੇ ਇਹ ਸਰੀਰ ਬਣਾ ਕੇ ਇਸ ਦੇ ਕੰਨ, ਨੱਕ ਆਦਿਕ 10 ਦਰਵਾਜ਼ੇ ਬਣਾ ਦਿੱਤੇ। ਉਸ ਦੇ ਹੁਕਮ ਅਨੁਸਾਰ ਇਸ ਸਰੀਰ ਵਿੱਚ ਜਿੰਦ ਇਸਤਰੀ ਆ ਟਿਕੀ ਜੀ। ਅੰਮ੍ਰਿਤ ਕੇਲ ਕਰੇ ਨਿਤ ਕਾਵਣ, ਅਬਰ ਲੁਟੇਨ ਸੋ ਪੰਚ ਜਨਾ। ਪਰ ਇਹ ਜੀਵ ਇਸਤਰੀ ਆਪਣੇ ਆਪ ਨੂੰ ਅਮਰ ਜਾਣ ਕੇ ਸਦਾ ਦੁਨੀਆ ਵਾਲੇ ਚੋਜ ਤਮਾਸ਼ੇ ਕਰਦੀ ਰਹਿੰਦੀ ਹੈ, ਤੇ ਉਹ ਵੈਰੀ ਕਾਮਾਦਾਇਕ ਪੰਜੇ ਜਣੇ ਅੰਦਰੋਂ ਭਲੇ ਗੁਣ ਲੁੱਟਦੇ ਰਹਿੰਦੇ ਹਨ ਜੀ। ਢਾਹੇ ਮੜੋਲੀ ਲੂਟਿਆ ਦਿਉਹਰਾ, ਸਾਹ ਤਨ ਪਕੜੀ ਏਕ ਜਨਾ। ਜਮ ਦੀ ਫੌਜ ਨੇ ਆਖਰ ਸਰੀਰ ਮੱਠ ਢਾਹ ਕੇ ਮੰਦਰ ਲੁੱਟ ਲਿਆ, ਜੀਵ ਇਸਤਰੀ ਇਕੱਲੀ ਹੀ ਫੜੀ ਗਈ ਜੀ। ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਚ ਜਨਾ।
ਜੰਮ ਦਾ ਡੰਡਾ ਸਿਰ ਉੱਤੇ ਵੱਜਾ, ਜੰਮ ਦਾ ਸੰਗਲ ਗਲ ਵਿੱਚ ਪਿਆ। ਉਹ ਲੁੱਟਣ ਵਾਲੇ 5 ਜਣੇ ਭੱਜ ਗਏ, ਸਾਥ ਛੱਡ ਗਏ ਜੀ। ਕਾਮਣ ਲੋੜੈ ਸੋਇ ਨਾ ਰੂਪਾ, ਮਿੱਤਰ ਲੁੜੇਨ ਸੋ ਖਾ ਤਾ। ਸਾਰੀ ਉਮਰ ਜਦ ਤੱਕ ਜੀਵ ਜਿਉਂਦਾ ਰਿਹਾ, ਬਹੁਤੀ ਸੋਨਾ ਚਾਂਦੀ ਦੇ ਗਹਿਣੇ ਮੰਗਦੀ ਰਹਿੰਦੀ ਹੈ। ਸੰਬੰਧੀ ਮਿੱਤਰ ਖਾਣ ਪੀਣ ਦੇ ਪਦਾਰਥ ਮੰਗਦੇ ਰਹਿੰਦੇ ਹਨ ਜੀ। ਨਾਨਕ ਪਾਪ ਕਰੇ ਤਿਨ ਕਾਰਣ, ਜਾਸੀ ਜੰਪੁਰ ਬਾਥਾਤਾ। ਹੇ ਨਾਨਕ, ਇਹਨਾਂ ਦੀ ਹੀ ਖਾਤਰ ਜੀਵ ਪਾਪ ਕਰਦਾ ਰਹਿੰਦਾ ਹੈ। ਆਖਰ ਪਾਪਾਂ ਦੇ ਕਾਰਨ ਬੱਝਾ ਹੋਇਆ ਜਮ ਦੀ ਨਗਰੀ ਵਿੱਚ ਧੱਕਿਆ ਜਾਂਦਾ ਹੈ ਜੀ। ਗੌੜੀ ਚੇਤੀ ਮਹੱਲਾ ਪਹਿਲਾ। ਗੌੜੀ ਚੇਤੀ ਮਹੱਲੇ ਪਹਿਲੇ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਪਿਆਰੀ ਬਾਣੀ ਉਚਾਰਨ ਕੀਤੀ ਹੋਈ ਹੈ ਜੀ। ਮੁੰਦਰਾਂ ਤੇ ਕਟ ਪੀਤਰ ਮੁੰਦਰਾਂ, ਕਾਇਆ ਕੀਜੈ ਖਿੰਤਾ ਤਾ। ਹੇ ਰਾਵਲ, ਆਪਣੇ ਸਰੀਰ ਦੇ ਅੰਦਰ ਹੀ ਮੰਦੀਆਂ ਵਾਸ਼ਨਾ ਨੂੰ ਰੋਕ। ਇਹ ਹਨ ਅਸਲ ਮੁੰਦਰਾਂ। ਸਰੀਰ ਨੂੰ ਨਾਸਵੰਤ ਸਮਝ, ਇਸ ਯਕੀਨ ਨੂੰ ਗੋਦੜੀ ਬਣਾ ਜੀ। ਪੰਜ ਚੇਲੇ ਵਸ ਕੀਜੈ ਰਾਵਲ, ਇਹ ਮਨ ਕੀਜੇ ਡੰਡਾ ਤਾ। ਹੇ ਰਾਵਲ, ਤੁਸੀਂ ਹੋਰਨਾਂ ਨੂੰ ਚੇਲੇ ਬਣਾਉਂਦੇ ਫਿਰਦੇ ਹੋ, ਆਪਣੇ 5 ਗਿਆਨ ਇੰਦਰੀਆਂ ਨੂੰ ਵਸ ਵਿੱਚ ਕਰੋ, ਚੇਲੇ ਬਣਾਓ। ਆਪਣੇ ਮਨ ਨੂੰ ਡੰਡਾ ਬਣਾਓ ਤੇ ਹੱਥ ਵਿੱਚ ਫੜੋ, ਭਾਵ ਕਾਬੂ ਕਰੋ ਜੀ। ਜੋਗ ਜੁਗਤ ਇਵ ਪਾਵਿਸਤਾ। ਹੇ ਰਾਵਲ, ਤਾਂ ਤੂੰ ਇਸ ਤਰ੍ਹਾਂ ਯੋਗ ਪ੍ਰਭੂ ਚਰਨਾਂ ਵਿੱਚ ਜੁੜਨ ਦਾ ਤਰੀਕਾ ਲੱਭ ਲਏਗਾ ਜੀ। ਏਕ ਸ਼ਬਦ ਦੂਜਾ ਹੋਰ ਨਾਸਿਤ, ਕੰਦ ਮੂਲ ਮਨ ਲਾਵਿਸਤਾ। ਰਹਾਉ, ਜੇ ਤੂੰ ਉਸ ਗੁਰੂ ਦੇ ਸ਼ਬਦ ਵਿੱਚ ਮਨ ਜੋੜੇ, ਜਿਸ ਤੋਂ ਬਿਨਾਂ ਕੋਈ ਹੋਰ ਜੀਵਨ ਰਾਹ ਵਿਖਾਣ ਦੇ ਸਮਰੱਥ ਨਹੀਂ ਹੈ, ਤੂੰ ਤਾਂ ਗਾਜਰ ਮੂਲੀ ਆਦਿਕ ਖਾਣ ਵਿੱਚ ਮਨ ਜੋੜਦਾ ਫਿਰਦਾ ਹੈ ਜੀ। ਮੂੰਡ ਮੁਡਾਇਐ ਜੇ ਗੁਰ ਪਾਈਐ, ਹਮ ਗੁਰ ਕੀਨੀ ਗੰਗਾ ਤਾ। ਜੇ ਗੰਗਾ ਦੇ ਕੰਢੇ ਸਿਰ ਮੁਨਾਇਆ ਗੁਰੂ ਮਿਲਦਾ ਹੈ, ਭਾਵ ਤੁਸੀਂ ਤਾਂ ਗੰਗਾ ਦੇ ਕੰਢੇ ਸਿਰ ਮੁਨਾ ਕੇ ਗੁਰੂ ਧਾਰਦੇ ਹੋ, ਤਾਂ ਅਸਾਂ ਤਾਂ ਗੁਰੂ ਨੂੰ ਹੀ ਗੰਗਾ ਬਣਾ ਲਿਆ ਹੈ। ਭਾਵ ਸਾਡੇ ਵਾਸਤੇ ਗੁਰੂ ਹੀ ਮਹਾਪਵਿੱਤਰ ਤੀਰਥ ਹੈ ਜੀ। ਤ੍ਰਿਪਵਨ ਤਾਰਨਹਾਰ ਸੁਆਮੀ, ਏਕ ਨ ਚੇਤਸ ਅੰਧਾਤਾ। ਅੰਨਾ ਰਾਵਲ ਉਸ ਇੱਕੋ ਮਾਲਕ ਨੂੰ ਨਹੀਂ ਸਿਮਰਦਾ ਜੋ ਤਿੰਨਾਂ ਭਵਨਾਂ ਦੇ ਜੀਵਾਂ ਨੂੰ ਤਾਰਨ ਦੇ ਸਮਰੱਥ ਹੈ ਜੀ। ਕਰ ਪਟੰਬ ਗੱਲੀ ਮਨ ਲਾਵਸ, ਸੰਸਾ ਮੂਲ ਨਾ ਜਾਵਿਸਤਾ। ਇਹ ਜੋਗੀ, ਤੂੰ ਜੋਗ ਦਾ ਵਿਖਾਵਾ ਕਰਕੇ ਨਿਰੀਆਂ ਗੱਲਾਂ ਵਿੱਚ ਹੀ ਲੋਕਾਂ ਦਾ ਮਨ ਪਰਚਾਉਂਦਾ ਹੈ, ਪਰ ਤੇਰਾ ਆਪਣਾ ਸੰਸਾ ਉੱਕਾ ਹੀ ਦੂਰ ਨਹੀਂ ਹੁੰਦਾ ਜੀ।